ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਆਪਣੇ ਪੋਲੀਟੀ ਦੀ ਅਗਲਾ ਲੈਕਚਰ ਪਾਰਲੀਮੈਂਟ। ਠੀਕ ਹੈ, ਪਾਰਲੀਮੈਂਟ ਆਪਣਾ ਸਭ ਤੋਂ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਆਪਣੀ ਪੋਲੀਟੀ ਦੇ ਵਿੱਚ, ਕਿਉਂਕਿ ਜਿਹੜਾ ਵੀ ਕੋਈ ਬਿੱਲ ਬਣਨਾ ਹੈ, ਜਿਹੜਾ ਵੀ ਕੋਈ ਬਿੱਲ ਰੱਦ ਕਰਨਾ ਹੈ, ਠੀਕ ਹੈ, ਜੇ ਕੋਈ ਵੀ ਨਵੀਂ ਕੋਈ ਸਕੀਮ ਲੈ ਕੇ ਆਉਣਾ, ਕੋਈ ਵੀ ਅਮੈਂਡਮੈਂਟ ਕਰਨਾ ਹੈ, ਠੀਕ ਹੈ, ਇਹ ਸਾਰਾ ਕੰਮ ਕਿਹਦਾ ਕੰਮ ਹੁੰਦਾ? ਇਹ ਸਾਰਾ ਕੰਮ ਹੁੰਦਾ ਪਾਰਲੀਮੈਂਟ ਦਾ। ਪਾਰਲੀਮੈਂਟ ਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ? ਸੰਸਦ। ਓਕੇ ਜੀ, ਇੱਕ ਤਾਂ ਬੱਚੋ ਇਹ ਗੱਲ। ਦੂਸਰੀ ਗੱਲ ਜਿਹੜੀ ਮੈਂ ਕਰਨੀ ਹੈ ਕਿ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਲਾਈਕ ਕਰ ਦਿਓ। ਵੀਡੀਓ ਲਾਈਕ ਕਰੋ, ਲਾਈਕ ਕਰਕੇ ਅੱਗੇ ਵਧਿਆ ਕਰੋ। ਫਿਰ ਤੁਸੀਂ ਕਹਿੰਦੇ ਨੇ ਅਸੀਂ ਭੁੱਲ ਜਾਂਦੇ ਹਾਂ। ਲਾਈਕ ਕਰੋ ਕਿਉਂਕਿ ਮੈਨੂੰ ਵੀ ਕੋਈ ਫਾਇਦਾ ਹੋਵੇ। ਵੀਡੀਓ ਲਾਈਕ ਕਿ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਪਸੰਦ ਆਉਂਦੀ। ਠੀਕ ਹੈ, ਦੇਖੋ ਪਾਰਲੀਮੈਂਟ ਨੂੰ ਆਪਾਂ ਕੀ ਕਹਿੰਦੇ ਹਾਂ? ਸੰਸਦ। ਕੋਈ ਵੀ ਬਿੱਲ ਬਣਾਉਣਾ ਨਵਾਂ, ਠੀਕ ਹੈ, ਕੋਈ ਵੀ ਬਿੱਲ ਰੱਦ ਕਰਨਾ, ਕੋਈ ਵੀ ਅਮੈਂਡਮੈਂਟ ਕਰਨਾ। ਅਮੈਂਡਮੈਂਟ ਦਾ ਕੀ ਮਤਲਬ ਹੁੰਦਾ? ਸੰਸ਼ੋਧਨ ਕਰਨਾ ਜਾਂ ਸ਼ੋਧ ਕਰਨਾ। ਠੀਕ ਹੈ, ਇਹ ਸਾਰੇ ਕੰਮ ਬੱਚੋਂ ਕਰਦੇ ਆ, ਸਾਰੇ ਕੰਮ ਹੈਗੇ ਸੰਸਦ ਦੇ। ਓਕੇ ਜੀ, ਜਿਹੜੀ ਸੰਸਦ ਹੈ ਤਿੰਨ ਕੰਮਾਂ ਦੇ ਵਿੱਚ, ਜਿਹੜੀ ਆਪਣੀ ਪਾਰਲੀਮੈਂਟ ਹੈ ਤਿੰਨ ਕੰਮਾਂ ਦੇ ਵਿੱਚ ਕੰਮ ਕਰਦੀ ਹੈ। ਅਸਲ ਦੇ ਵਿੱਚ ਤਿੰਨ ਰੂਪ ਆਪਣੇ ਪੋਲੀਟੀ ਚਲਾਉਣ ਦੇ। ਸਭ ਤੋਂ ਪਹਿਲਾਂ ਲੈਕਸਲੇਟਿਵ। ਲੈਕਸਲੇਟਿਵ ਕੀ ਹੁੰਦੇ? ਲੈਕਸਲੇਟਿਵ ਉਹ ਹੁੰਦੇ ਜਿਹੜੇ ਕਾਨੂੰਨ ਬਣਾਉਂਦੇ ਆ। ਐਕਸੀਕਿਊਟਿਵ ਜਿਹੜੇ ਕਾਨੂੰਨ ਬਣਾਇਆ ਹੋਇਆ ਚਲਾਉਂਦੇ ਆ। ਠੀਕ ਹੈ, ਜੁਡੀਸ਼ਰੀ ਜਿਨ੍ਹਾਂ ਦੇ ਵਿੱਚ ਆਪਣੀਆਂ ਸੁਪਰੀਮ ਕੋਰਟ ਪਲੱਸ ਹਾਈ ਕੋਰਟ ਦੋਨੇ ਚੀਜ਼ਾਂ ਆ ਜਾਂਦੀਆਂ, ਉਹਨੂੰ ਆਪਾਂ ਕਹਿੰਦੇ ਜੁਡੀਸ਼ਰੀ। ਆਪਣੇ ਸੰਵਿਧਾਨ ਦੇ ਵਿੱਚ ਕਿਹਾ ਹੋਇਆ ਕਿ ਜੁਡੀਸ਼ਰੀ ਦਾ, ਠੀਕ ਹੈ, ਲੈਕਸਲੇਟਿਵ ਅਤੇ ਐਕਸੀਕਿਊਟਿਵ ਜਾਂ ਸਮਝ ਲਓ ਕਿ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈਗਾ। ਜੁਡੀਸ਼ਰੀ ਨਿਰਪੱਖ ਹੋ ਕੇ ਫੈਸਲਾ ਸੁਣਾ ਸਕਦੀ ਹੈ, ਪਰ ਅੱਜ ਦੇ ਟਾਈਮ 'ਚ ਸਾਨੂੰ ਪਤਾ ਕਿ ਸਾਰਾ ਕੁਛ ਉਲਟ ਹੋ ਰਿਹਾ ਹੈਗਾ। ਠੀਕ ਹੈ, ਕਿਉਂਕਿ ਜਦੋਂ ਕੋਈ ਜੱਜ ਕਿਸੇ ਦੇ ਵਿਰੁੱਧ ਬੋਲੂਗਾ ਤਾਂ ਨਾਲ ਦੇ ਨਾਲ ਜਿਹੜਾ ਇੰਪੀਚਮੈਂਟ ਲਾ ਕੇ ਤਾਂ ਉਹਨੂੰ ਗੱਦੀ ਤੋਂ ਲਾਹਿਆ ਜਾ ਸਕਦਾ। ਇਹ ਗੱਲ ਨਹੀਂ ਹੋਣੀ ਚਾਹੀਦੀ ਆਪਣੀ ਆਰਟੀਕਲ ਦੇ ਵਿੱਚ ਕਿ ਜਿਹੜਾ ਜੱਜਾਂ ਨੂੰ ਨਹੀਂ ਹਟਾ ਸਕਦੇ। ਠੀਕ ਹੈ, ਤਾਂ ਕਰਕੇ ਫਿਰ ਜੱਜ ਨੂੰ ਵੀ ਆਪਦਾ ਡਰ ਕੇ ਵਿਚਾਰੇ ਨੂੰ ਫੈਸਲਾ ਸੁਣਾਉਣਾ ਪੈਂਦਾ ਗਾ। ਦੇਖੋ ਜਿਹੜੀ ਆਪਣੀ ਸੰਸਦ ਹੈ, ਪਾਰਲੀਮੈਂਟ ਆ ਪੁੱਤਰੋ, ਇਹਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਾਰਲੀਮੈਂਟ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਕਿਹੜੇ ਕਿਹੜੇ ਦੋ ਭਾਗ ਹੈ? ਲੋਕ ਸਭਾ ਅਤੇ ਰਾਜ ਸਭਾ। ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਲੋਕ ਸਭਾ ਬਾਰੇ। ਇੰਨੀ ਡਿਟੇਲ ਦੇ ਵਿੱਚ ਤੁਸੀਂ ਮੈਨੂੰ ਲੱਗਦਾ ਕਿ ਅਜੇ ਤੱਕ ਕਿਸੇ ਨੇ ਲੈਕਚਰ ਲਾਇਆ ਨਹੀਂ ਹੋਣਾ, ਜਿੰਨੀ ਡਿਟੇਲ ਦੇ ਵਿੱਚ ਆਪਾਂ ਲਾਵਾਂਗੇ। ਦੇਖੋ ਜੀ, ਸਮਝੋ ਸਭ ਤੋਂ ਪਹਿਲਾਂ ਜਿਹੜਾ ਲੋਕ ਸਭਾ ਹੈਗੀ ਆਪਣੀ, ਲੋਕ ਸਭਾ ਲੋਅਰ ਹਾਊਸ ਵੀ ਕਿਹਾ ਜਾਂਦਾ ਇਹਨੂੰ। ਕੀ ਕਿਹਾ ਜਾਂਦਾ ਇਹਨੂੰ? ਲੋਅਰ ਹਾਊਸ ਕਿਹਾ ਜਾਂਦਾ ਹੈਗਾ। ਇਸ ਨੂੰ ਪਹਿਲਾ ਸਦਨ ਵੀ ਕਿਹਾ ਜਾਂਦਾ ਹੈਗਾ। ਲੋਕ ਸਭਾ ਨੂੰ ਕਿਹੜੇ ਕਿਹੜੇ ਨਾਮ ਹੈਗੇ? ਲੋਕ ਸਭਾ ਨੂੰ ਲੋਅਰ ਹਾਊਸ ਕਿਹਾ ਜਾਂਦਾ। ਠੀਕ ਹੈ, ਦੂਸਰੇ ਦੇ ਕਿਹੜੇ ਕਿਹੜੇ ਆ? ਇਸ ਨੂੰ ਪਹਿਲਾ ਸਦਨ ਵੀ ਕਿਹਾ ਜਾਂਦਾ ਹੈ, ਜਾਂ ਇਸ ਨੂੰ ਫਸਟ ਚੈਂਬਰ ਵੀ ਕਿਹਾ ਜਾਂਦਾ ਹੈ, ਜਾਂ ਇਸ ਨੂੰ ਪਾਪੂਲਰ ਹਾਊਸ ਵੀ ਕਿਹਾ ਜਾਂਦਾ ਹੈ, ਅਤੇ ਇਸ ਨੂੰ ਹਾਊਸ ਆਫ ਪੀਪਲ ਵੀ ਕਿਹਾ ਜਾਂਦਾ ਹੈ। ਇਸ ਦਾ ਨਾਮ ਲੋਕ ਸਭਾ 1994 ਦੇ ਵਿੱਚ ਪਿਆ ਸੀ। ਓਕੇ, ਦੇਖੋ ਪ੍ਰਸ਼ਨ ਆ ਸਕਦਾ ਕਿ ਫਸਟ ਚੈਂਬਰ ਕਿਸ ਨੂੰ ਕਿਹਾ ਜਾਂਦਾ ਹੈ? ਲੋਕ ਸਭਾ ਨੂੰ ਕਿਹਾ ਜਾਂਦਾ, ਰਾਜ ਸਭਾ ਨੂੰ ਕਿਹਾ ਜਾਂਦਾ ਹੈ। ਜਾਂ ਪਾਪੂਲਰ ਹਾਊਸ ਕਿਸ ਨੂੰ ਕਿਹਾ ਜਾਂਦਾ ਹੈ? ਜਾਂ ਹਾਊਸ ਆਫ ਪੀਪਲ ਕਿਹਨੂੰ ਕਿਹਾ ਜਾਂਦਾ ਹੈ? ਜਾਂ ਪਹਿਲਾ ਸਦਨ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹ ਸਾਰੇ ਭਾਈ ਜਿਹੜੇ ਨਾਮ ਨੇ, ਇਹ ਸਾਰੇ ਲੋਕ ਸਭਾ ਦੇ ਨਾਮ ਨੇ। ਓਕੇ ਜੀ, ਕਿਹਦੇ ਨਾਮ ਆ ਇਹ? ਲੋਕ ਸਭਾ ਦੇ ਨਾਮ ਨੇ। ਓਕੇ ਜੀ, ਅਤੇ ਲੋਕ ਸਭਾ ਦੇ ਵਿੱਚੋਂ ਮੈਂਬਰ ਜਿੱਤ ਕੇ ਕੀ ਬਣਦਾ ਗਾ? ਦੱਸੋ ਜੀ। ਲੋਕ ਸਭਾ ਦੇ ਵਿੱਚੋਂ ਬੰਦਾ ਜਿੱਤ ਕੇ ਭਾਈ ਬਣਦਾ ਗਾ MP। ਠੀਕ ਹੈ, MP ਦੀ ਫੁੱਲ ਫਾਰਮ ਕੀ ਹੁੰਦੀ ਹੈ? ਮੈਂਬਰ ਆਫ ਪਾਰਲੀਮੈਂਟ। ਕੀ ਕਹਿੰਦੇ ਆ ਉਹਨੂੰ? ਮੈਂਬਰ ਆਫ ਪਾਰਲੀਮੈਂਟ ਕਹਿੰਦੇ ਆ। ਕਿਹਨੂੰ ਕਹਿੰਦੇ ਆ? ਲੋਕ ਸਭਾ ਨੂੰ, ਜੇ ਲੋਕ ਸਭਾ ਦੇ ਬਾਅਦ ਚੁਣ ਕੇ ਜਾਂਦੇ ਆ। ਓਕੇ ਜੀ, ਅਤੇ ਇਹਨਾਂ ਦੁਆਰਾ ਹੀ, ਐਮਪੀਆਂ ਦੁਆਰਾ ਹੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਬਣਾਈ ਜਾਂਦੀ ਹੈ, ਉਹ ਐਮਪੀਆਂ ਦੁਆਰਾ ਹੀ ਬਣਾਈ ਜਾਂਦੀ ਹੈ। ਠੀਕ ਹੈ, ਸਭ ਤੋਂ ਜ਼ਿਆਦਾ MP ਦੀਆਂ ਸੀਟਾਂ ਯੂਪੀ ਦੇ ਵਿੱਚ ਹੈਗੀਆਂ, ਕਿਉਂਕਿ ਯੂਪੀ ਦੀ ਵਸੋਂ ਬਹੁਤ ਹੈ। ਇਸ ਤੋਂ ਬਾਅਦ ਦੂਸਰੀ ਗੱਲ ਕਰਦੇ ਹਾਂ ਆਪਾਂ ਰਾਜ ਸਭਾ ਬਾਰੇ। ਠੀਕ ਹੈ, ਰਾਜ ਸਭਾ, ਇਸ ਨੂੰ ਕਾਊਂਸਲ ਆਫ ਸਟੇਟ ਕਿਹਾ ਜਾਂਦਾ। ਇਹਨੂੰ ਤਾਂ ਕਿਹਾ ਜਾਂਦਾ ਸੀ ਹਾਊਸ ਆਫ ਪੀਪਲ, ਇਹਨੂੰ ਕਾਊਂਸਲ ਆਫ ਸਟੇਟ ਕਿਹਾ ਜਾਂਦਾ ਹੈ। ਇਸ ਨੂੰ ਸੈਕਿੰਡ ਚੈਂਬਰ ਕਿਹਾ ਜਾਂਦਾ। ਇਹਨੂੰ ਕੀ ਕਿਹਾ ਜਾਂਦਾ ਸੀ? ਫਸਟ ਚੈਂਬਰ ਕਿਹਾ ਜਾਂਦਾ ਸੀ, ਇਹਨੂੰ ਕਿਹਾ ਜਾਂਦਾ ਸੈਕਿੰਡ ਚੈਂਬਰ। ਇਸ ਨੂੰ ਅਪਰ ਹਾਊਸ ਵੀ ਕਿਹਾ ਜਾਂਦਾ, ਉਹਨੂੰ ਲੋਅਰ ਹਾਊਸ ਕਿਹਾ ਜਾਂਦਾ, ਇਹਨੂੰ ਅਪਰ ਹਾਊਸ ਕਿਹਾ ਜਾਂਦਾ ਹੈ।
ਇਸ ਨੂੰ ਰਾਜ ਸਭਾ ਦਾ ਪੂਰਨ ਨਾਮ 1954 ਦੇ ਵਿੱਚ ਕਿਹਾ ਗਿਆ ਸੀ। ਇਸ ਨੂੰ ਹਾਊਸ ਆਫ ਐਲਡਰ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈਗਾ? ਹਾਊਸ ਆਫ ਐਲਡਰ ਵੀ ਕਿਹਾ ਜਾਂਦਾ। ਸਾਰੇ ਦੇ ਸਾਰੇ ਨਾਮ ਤੁਸੀਂ ਯਾਦ ਕਰਨੇ ਆ। ਦੇਖੋ 1 2 3 4 5, ਇਹਦੇ ਵਿੱਚੋਂ ਹੀ 5 ਨਾਮ ਬਣ ਗਏ। ਠੀਕ ਹੈ, ਇਹਦੇ ਵਿੱਚੋਂ ਹੀ 5 ਨਾਮ ਬਣ ਗਏ। ਪਹਿਲਾਂ ਤਾਂ ਨਾਮ ਯਾਦ ਕਰਨੇ ਤੁਸੀਂ ਦੋਨਾਂ ਦੇ। ਲੋਅਰ ਹਾਊਸ ਕਿਹੜਾ, ਅਪਰ ਹਾਊਸ ਕਿਹੜਾ, ਫਸਟ ਚੈਂਬਰ ਕਿਹੜਾ, ਸੈਕੰਡ ਚੈਂਬਰ ਕਿਹੜਾ ਹੈ, ਹਾਊਸ ਆਫ ਪੀਪਲ ਕਿਹੜਾ ਹੈ ਅਤੇ ਹਾਊਸ ਆਫ ਐਲਡਰ ਕਿਹੜਾ ਹੈ। ਓਕੇ ਜੀ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ। ਸਟੇਟ ਲੈਜਿਸਲੇਟਿਵ। ਸਟੇਟ ਲੈਜਿਸਲੇਟਿਵ, ਇਹ ਪ੍ਰਸ਼ਨ ਬਹੁਤ ਵਾਰੀ ਆਉਂਦਾ ਪੇਪਰ ਦੇ ਵਿੱਚ ਕਿ ਸਟੇਟ ਲੈਜਿਸਲੇਟਿਵ ਕੀ ਹੁੰਦੀਆਂ। ਇਹਦੇ ਵਿੱਚੋਂ ਹਜੇ ਤੱਕ ਇਹ ਨਹੀਂ ਪਤਾ ਹੁੰਦਾ ਸਟੇਟ ਲੈਜਿਸਲੇਟਿਵ ਕਿਹਨੂੰ ਕਹਿੰਦੇ ਆ। ਇਸ ਨੂੰ 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਸਟੇਟ ਲੈਜਿਸਲੇਟਿਵ। ਸਟੇਟ ਦਾ ਮਤਲਬ ਆ ਗਿਆ ਆਪਣੇ ਰਾਜ ਦੀ ਗੱਲ ਕਰ ਰਿਹਾ, ਜਿਵੇਂ ਆਪਣਾ ਪੰਜਾਬ ਰਾਜ ਹੈ ਉਹਦੀ ਗੱਲ ਕਰ ਰਿਹਾ। ਸਟੇਟ ਲੈਜਿਸਲੇਟਿਵ ਹੈ ਜਿਹੜਾ, ਇਹਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹ 2 ਭਾਗ ਕਿਹੜੇ ਕਿਹੜੇ ਆ ਸਮਝੋ। 2 ਭਾਗ ਹੈ ਜਿਹੜੇ ਸਟੇਟ ਲੈਜਿਸਲੇਟਿਵ ਨੂੰ 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਗਿਆ। ਫਸਟ ਕਿਹੜਾ ਹੈਗਾ? ਵਿਧਾਨ ਸਭਾ, ਇੰਗਲਿਸ਼ ਦੇ ਵਿੱਚ ਵੀ ਵਿਧਾਨ ਸਭਾ ਹੀ ਕਹਿੰਦੇ ਆ। ਦੂਸਰਾ ਹੈਗਾ ਵਿਧਾਨ ਪਰਿਸ਼ਦ। ਓਕੇ, ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਇਹ ਆ ਗਿਆ ਆਪਣੇ ਸਟੇਟ ਲੈਵਲ 'ਤੇ। ਜਿਹੜਾ ਰਾਜ ਸਭਾ ਅਤੇ ਲੋਕ ਸਭਾ ਸੀ ਇਹ ਤਾਂ ਆ ਗਏ ਸੀ ਵੱਡੇ ਪੱਧਰ 'ਤੇ, ਪੂਰੇ ਵੱਡੇ ਪੱਧਰ 'ਤੇ ਆ ਗਏ ਸੀ। ਲੈਜਿਸਲੇਚਰ 'ਚ ਆ ਗਏ ਸੀ ਇਹ ਪੂਰੇ ਵੱਡੇ ਪੱਧਰ 'ਤੇ ਆ ਗਏ ਸੀ। ਇਹ ਆ ਗਏ ਆਪਣੇ ਸਟੇਟ ਪੱਧਰ 'ਤੇ। ਸਟੇਟ ਲੈਜਿਸਲੇਟਿਵ ਕਾਹਦੇ 'ਤੇ ਆ ਗਏ? ਆਪਣੇ ਸਟੇਟ ਲੈਵਲ 'ਤੇ। ਹੁਣ ਗੱਲ ਕਰਦੇ ਆਪਾਂ ਵਿਧਾਨ ਸਭਾ ਦੀ। ਦੇਖੋ ਇਸ ਨੂੰ ਲੋਅਰ ਹਾਊਸ ਵੀ ਕਹਿੰਦੇ ਹਨ। ਸਟੇਟ ਦੇ ਵਿੱਚ ਲੋਅਰ ਹਾਊਸ ਕਿਹਨੂੰ ਕਹਿੰਦੇ? ਸਟੇਟ ਦੇ ਵਿੱਚ। ਜਿਵੇਂ ਪੰਜਾਬ ਦੇ ਵਿੱਚ ਲੋਅਰ ਹਾਊਸ ਕਿਹਨੂੰ ਕਹਾਂਗੇ ਆਪਾਂ? ਵਿਧਾਨ ਸਭਾ ਨੂੰ ਕਹਾਂਗੇ। ਇਸ ਨੂੰ ਵੀ ਫਸਟ ਚੈਂਬਰ ਕਹਾਂਗੇ। ਕਿਹਦੇ ਵਿੱਚ ਕਹਾਂਗੇ? ਸਟੇਟ ਦੇ ਵਿੱਚ। ਸਟੇਟ ਲੈਵਲ 'ਤੇ ਇਹਨੂੰ ਆਪਾਂ ਕੀ ਕਹਾਂਗੇ? ਪਾਪੂਲਰ ਹਾਊਸ ਕਹਾਂਗੇ। ਇਸ ਨੂੰ ਅੰਗਰੇਜ਼ੀ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਕਿਹਾ ਜਾਂਦਾ ਹੈ। ਜੇ ਕੋਈ ਤੁਹਾਨੂੰ ਪੁੱਛ ਲੇ ਕਿ ਲੈਜਿਸਲੇਟਿਵ ਅਸੈਂਬਲੀ ਕੀ ਹੈ, ਤੁਸੀਂ ਕਹਿ ਦੋਗੇ ਭਾਈ ਜਿਹੜੀ ਸਟੇਟ ਦੇ ਵਿੱਚ ਜਿਹੜੀ ਆਪਣੀ ਲੈਜਿਸਲੇਟਿਵ ਹੁੰਦੀ ਹੈ ਉਹ 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਇੱਕ ਤਾਂ ਹੈਗੀ ਹੈ ਵਿਧਾਨ ਸਭਾ, ਇੱਕ ਹੈਗੀ ਹੈ ਵਿਧਾਨ ਪਰਿਸ਼ਦ। ਜਿਹੜੀ ਵਿਧਾਨ ਸਭਾ ਭਾਈ ਉਹਨੂੰ ਕੀ ਕਿਹਾ ਜਾਂਦਾ ਹੈ? ਲੈਜਿਸਲੇਟਿਵ ਅਸੈਂਬਲੀ ਕਿਹਾ ਜਾਂਦਾ ਹੈ। ਇਸ ਦੁਆਰਾ ਕੀ ਚੁਣੇ ਜਾਂਦੇ ਹਨ? ਮੈਂਬਰ ਚੁਣੇ ਜਾਂਦੇ ਹਨ। ਠੀਕ ਹੈ, ਇਸ ਦੁਆਰਾ ਕੀ ਚੁਣੇ ਜਾਂਦੇ ਹਨ? MLA ਚੁਣੇ ਜਾਂਦੇ ਹਨ। ਓਕੇ ਜੀ, ਇੱਥੋਂ ਤੱਕ ਕਲੀਅਰ। ਇਸ ਤੋਂ ਬਾਅਦ ਗੱਲ ਕਰਦੇ ਹਾਂ ਵਿਧਾਨ ਪਰਿਸ਼ਦ ਦੀ। ਇਸ ਨੂੰ ਅਪਰ ਹਾਊਸ ਕਿਹਾ ਜਾਂਦਾ ਹੈ ਜਾਂ ਇਸ ਨੂੰ ਸੈਕੰਡ ਹਾਊਸ ਵੀ ਕਿਹਾ ਜਾਂਦਾ ਹੈ। ਇਸ ਨੂੰ ਸਟੇਟ ਲੈਵਲ 'ਤੇ ਹਾਊਸ ਆਫ ਐਲਡਰ ਵੀ ਕਿਹਾ ਜਾਂਦਾ ਹੈ। ਇਸ ਨੂੰ ਲੈਜਿਸਲੇਟਿਵ ਕਾਉਂਸਲ ਕਿਹਾ ਜਾਂਦਾ ਹੈ। ਇਸ ਦੁਆਰਾ ਜਿਹੜੇ ਮੈਂਬਰ ਚੁਣੇ ਜਾਂਦੇ ਹਨ ਉਹ MLS ਬਣਦੇ ਹਨ। ਠੀਕ ਹੈ, ਦੇਖੋ ਹੁਣ ਜਿਹੜਾ ਕੰਮ ਦਾ ਲੋਕ ਸਭਾ ਦਾ ਸੈਂਟਰ ਦੇ ਵਿੱਚ, ਉਹੀ ਕੰਮ ਸੇਮ ਟੂ ਸੇਮ ਹੈਗਾ ਗਾ ਵਿਧਾਨ ਸਭਾ ਦਾ। ਜਿਹੜਾ ਕੰਮ ਹੈਗਾ ਵਿਧਾਨ ਪਰਿਸ਼ਦ ਦਾ, ਉਹੀ ਕੰਮ ਸੇਮ ਟੂ ਸੇਮ ਹੈਗਾ ਗਾ ਰਾਜ ਸਭਾ ਦਾ। ਠੀਕ ਹੈ, ਆ ਵੀ ਨਾਮ ਯਾਦ ਕਰ ਲਿਓ। ਠੀਕ ਹੈ, ਉਹ ਵੀ ਸਾਰੇ ਨਾਮ ਯਾਦ ਕਰ ਲਿਓ। ਇਸ ਤੋਂ ਬਾਅਦ ਅੱਗੇ ਨੋਟ ਕੀ ਹੈ? ਜਿਵੇਂ ਆਪਣੀ ਪਾਰਲੀਮੈਂਟ ਹੈ, ਜਿਹੜੀ ਆਪਣੀ ਜਿਹੜੀ ਪਾਰਲੀਮੈਂਟ ਹੈ ਉਹਨੂੰ ਆਪਾਂ ਇੰਡੀਆ ਦੇ ਵਿੱਚ ਕੀ ਕਹਿੰਦੇ ਆ? ਸੰਸਦ ਵੀ ਕਹਿ ਦਿੰਦੇ ਆ ਅਤੇ ਉਹਨੂੰ ਆਪਾਂ ਪਾਰਲੀਮੈਂਟ ਵੀ ਕਹਿ ਦਿੰਦੇ, ਜਿਹੜੇ ਆਪਣੇ ਮੈਂਬਰਾਂ ਦੀ ਕੈਬਨਿਟ ਦੀ ਸਾਰੀ ਬਣੀ ਹੋਈ ਹੈ। ਠੀਕ ਹੈ, ਅਤੇ USA ਦੇ ਵਿੱਚ ਸੰਸਦ ਨੂੰ ਕੀ ਕਿਹਾ ਜਾਂਦਾ? USA ਦੇ ਵਿੱਚ ਸੰਸਦ ਨੂੰ ਕਿਹਾ ਜਾਂਦਾ ਕਾਂਗਰਸ। ਇਹ ਨਾ ਸਮਝ ਲਓ ਕਿ ਕਾਂਗਰਸ ਪਾਰਟੀ ਹੈ। ਕਾਂਗਰਸ ਦਾ ਅਸਲ ਮਤਲਬ ਹੁੰਦਾ ਹੈਗਾ, ਜੇ ਆਪਾਂ ਪੰਜਾਬੀ ਦੇ ਬੱਚੇ ਨੂੰ ਦੇਖੀਏ ਤਾਂ ਗਰੁੱਪ ਦਾ ਮਤਲਬ ਹੁੰਦਾ ਕਾਂਗਰਸ। ਠੀਕ ਹੈ, ਕੋਈ ਮੀਟਿੰਗ ਕਰਨੀ ਗਰੁੱਪ 'ਚ ਬਹਿ ਕੇ ਉਹਨੂੰ ਕਾਂਗਰਸ ਕਹਿ ਦਿੰਦੇ ਆ। ਅਤੇ ਜਿਹੜੀ USA ਦੀ ਸੰਸਦ ਆ ਉਹਨੂੰ ਕੀ ਕਹਿੰਦੇ ਆ? ਕਾਂਗਰਸ ਕਹਿੰਦੇ ਆ। ਅਤੇ ਜਿਹੜੀ ਬ੍ਰਿਟੇਨ ਦੀ ਸੰਸਦ ਹੈ ਉਹਨੂੰ ਆਪਾਂ ਕਹਿੰਦੇ ਆ ਕਰਾਊਨ। ਇਹਨਾਂ ਦੋਨਾਂ ਦੇ ਵਿੱਚੋਂ ਪ੍ਰਸ਼ਨ ਪੁੱਛਣ ਦੇ 101% ਚਾਂਸ ਨੇ। ਠੀਕ ਹੈ ਜੀ, ਪੁੱਛ ਸਕਦੇ ਕਿ USA ਦੇ ਵਿੱਚ ਸੰਸਦ ਨੂੰ ਕਾਂਗਰਸ ਕਹਿੰਦੇ ਹਨ ਅਤੇ ਬ੍ਰਿਟੇਨ ਦੇ ਵਿੱਚ ਕਰਾਊਨ ਕਿਹਾ ਜਾਂਦਾ। ਠੀਕ ਹੈ, ਦੋਨੇ 'ਚ ਪੁੱਛ ਸਕਦੇ ਬ੍ਰਿਟੇਨ ਦੇ ਵਿੱਚ ਕੀ ਕਹਿੰਦੇ ਆ ਅਤੇ USA ਦੇ ਵਿੱਚ ਕੀ ਕਹਿੰਦੇ ਆ। ਇੱਥੋਂ ਵੀ ਪ੍ਰਸ਼ਨ ਬਣਦੇ ਫੁੱਲ ਚਾਂਸ ਨੇ। ਇਸ ਤੋਂ ਬਾਅਦ ਆ ਗਈ ਪਾਰਲੀਮੈਂਟ। ਦੇਖੋ ਆਪਣੇ ਸਭ ਤੋਂ, ਜੇ ਆਪਾਂ ਮਜ਼ਬੂਤ ਦੇਖੀਏ, ਸਭ ਤੋਂ ਮਜ਼ਬੂਤ ਆਪਣੇ ਕਿਹੜਾ ਵਰਗ ਹੁੰਦਾ? ਸਭ ਤੋਂ ਮਜ਼ਬੂਤ ਆਪਣੇ ਕਿਹੜਾ ਮਤਲਬ ਡਿਪਾਰਟਮੈਂਟ ਹੈ? ਸਭ ਤੋਂ ਮਜ਼ਬੂਤ ਭਾਈ ਆਪਣੇ ਹੈਗੀ ਆ ਪਾਰਲੀਮੈਂਟ ਸਭ ਤੋਂ ਮਜ਼ਬੂਤ ਕਿਹੜੀ ਹੁੰਦੀ ਹੈ? ਪਾਰਲੀਮੈਂਟ ਹੁੰਦੀ ਹੈ। ਇਹ ਆਰਟੀਕਲ 79 ਤੋਂ ਲੈ ਕੇ 122 ਤੱਕ ਜਿੰਨੇ ਵੀ ਰੂਲ ਆਉਂਦੇ ਆ ਸਾਰੇ ਪਾਰਲੀਮੈਂਟ ਦੇ ਆਉਂਦੇ ਆ। ਕਿਹੜੇ ਭਾਗ 'ਚ ਆਉਂਦੇ ਆ? 5ਵੇਂ ਭਾਗ 'ਚ ਆਉਂਦੇ ਆ। ਦੇਖੋ ਐਡੂ ਡਿਟੇਲ ਦੇ ਵਿੱਚ ਤੁਹਾਨੂੰ ਨਾ ਤਾਂ ਕੋਈ ਕਰਵਾ ਸਕੇ, ਨਾ ਹੀ ਕਿਸੇ ਨੇ ਕਰਵਾਉਣਾ ਗਾ। ਠੀਕ ਹੈ, ਥੋੜ੍ਹਾ ਮੋਟਾ ਤੁਸੀਂ ਚੀਜ਼ਾਂ ਨੂੰ ਸਮਝੋ ਪੁੱਤਰੋ, ਅਤੇ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ, ਕਿਉਂਕਿ ਕੰਟੈਂਟ ਲਿਆਉਣਾ ਕੋਈ ਸੌਖੀ ਛੋਟੀ ਮੋਟੀ ਗੱਲ ਤਾਂ ਹੈ ਨਹੀਂ
कि कंटेंट लिया कि 2 मिनटां ਦੇ ਵਿੱਚ ਪੜ੍ਹਾਈ ਜਾਊਗਾ। ਸਭ ਤੋਂ ਪਹਿਲਾਂ ਕੰਟੈਂਟ ਇਕੱਠਾ ਕਰਨਾ ਪੈਂਦਾ ਅਲੱਗ-ਅਲੱਗ ਬੁੱਕਸ ਦੇ ਵਿੱਚੋਂ। ਕਿਸੇ 'ਚ ਕੋਈ ਚੀਜ਼ ਮਿਸਿੰਗ ਹੁੰਦੀ ਹੈ, ਕਿਸੇ 'ਚ ਕੋਈ ਚੀਜ਼ ਮਿਸਿੰਗ ਹੁੰਦੀ ਹੈ। ਲੂਸੈਂਟ ਚੱਕ ਲਓ, ਲੂਸੈਂਟ ਦੇ ਵਿੱਚ ਸਿਰਫ ਰਾਜ ਸਭਾ ਅਤੇ ਲੋਕ ਸਭਾ ਬਾਰੇ ਲਿਖਿਆ ਹੋਇਆ, ਪਰ ਇੰਨੀ ਡਿਟੇਲ ਦੇ ਵਿੱਚ ਕਿਸੇ ਬੁੱਕ 'ਚ ਨਹੀਂ ਲਿਖਿਆ ਹੋਇਆ। ਠੀਕ ਹੈ, ਤਾਂ ਕਰਕੇ ਅਲੱਗ-ਅਲੱਗ ਬੁੱਕਸ ਦੇ ਵਿੱਚੋਂ ਭਾਲਣਾ ਹੁੰਦਾ ਹੈ ਸਿਸਟਮ। ਤਾਂ ਕਰਕੇ ਥੋੜ੍ਹੀ ਮੋਟੀ ਰਿਸਪੈਕਟ ਕਰਿਆ ਕਰੋ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਬਿਨਾਂ ਕਹੇ ਤੋਂ। ਜਿਹਦੇ ਵਿਊ ਤਾਂ ਤੁਹਾਡੇ ਆਏ ਪਏ ਹੁੰਦੇ ਹੈਗੇ 8-8 5-5 ਹਜ਼ਾਰ, ਅਤੇ ਲਾਈਕ ਉਹਦੇ ਮਗਰ 1000 ਹੁੰਦਾ। ਠੀਕ ਹੈ, ਜਿੰਨਾ ਚਿਰ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਉਹਨਾਂ ਟਾਈਮ ਤੁਹਾਨੂੰ ਫਲ ਵੀ ਨਹੀਂ ਮਿਲਣਾ। ਦੇਖੋ ਇਹ ਕੀ ਗੱਲ ਆ ਗਈ, ਕਹਿੰਦੇ ਸਭ ਤੋਂ ਮਜ਼ਬੂਤ ਕੀ ਆ, ਪਾਰਲੀਮੈਂਟ ਹੈ। ਇਹ ਆਰਟੀਕਲ 79 ਤੋਂ ਲੈ ਕੇ 122 ਦੇ ਵਿੱਚ ਆਉਂਦੀ ਹੈ। ਪ੍ਰਸ਼ਨ ਆ ਸਕਦਾ ਕਿ ਪਾਰਲੀਮੈਂਟ ਕਿੱਥੋਂ ਤੋਂ ਕਿੱਥੋਂ ਤੱਕ ਆਰਟੀਕਲ ਦੇ ਵਿੱਚ ਆਉਂਦੀ ਹੈ। ਪਾਰਲੀਮੈਂਟ ਭਾਈ ਆਉਂਦੀ ਹੈ 79 ਤੋਂ ਲੈ ਕੇ 122 ਦੇ ਆਰਟੀਕਲ ਦੇ ਵਿੱਚ। ਕਿਹੜੇ ਭਾਗ ਦੇ ਵਿੱਚ ਆਉਂਦੀ ਹੈ ਭਾਈ? ਇਹ ਭਾਗ ਨੰਬਰ 5 ਦੇ ਵਿੱਚ ਆਉਂਦੀ ਹੈ। ਇੱਕ ਗੱਲ ਤਾਂ ਇਹ ਕਲੀਅਰ ਹੋ ਗਈ। ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਬੋਲਣ ਲੱਗਿਆ ਉਹ ਧਿਆਨ ਨਾਲ ਸੁਣ ਲਓ। 79 ਦੇ ਵਿੱਚ ਤਾਂ ਆਉਂਦੀ ਹੈ ਸੰਸਦ, 80 ਆਰਟੀਕਲ ਦੇ ਵਿੱਚ ਆਉਂਦੀ ਹੈ ਰਾਜ ਸਭਾ, ਅਤੇ ਆਰਟੀਕਲ 81 ਦੇ ਵਿੱਚ ਆਉਂਦੀ ਹੈ ਲੋਕ ਸਭਾ। ਇਹਨੂੰ ਅਪਰ ਹਾਊਸ ਕਹਿ ਦਿੰਦੇ ਆ, ਇਹਨੂੰ ਲੋਅਰ ਹਾਊਸ ਕਹਿ ਦਿੰਦੇ ਆ। ਇਹਨੂੰ ਕੌਣ ਚਲਾਉਂਦਾ? ਸਪੀਕਰ ਚਲਾਉਂਦਾ, ਅਤੇ ਇਹਨੂੰ ਕੌਣ ਚਲਾਉਂਦਾ? ਵਾਈਸ ਪ੍ਰੈਜ਼ੀਡੈਂਟ ਚਲਾਉਂਦਾ। ਓਕੇ ਜੀ, ਇਹ ਗੱਲ ਧਿਆਨ ਰੱਖਣੀ ਹੈ। ਇਸ ਤੋਂ ਬਾਅਦ ਸਟੇਟ ਲੈਜਿਸਲੇਚਰ, ਇਹ ਸਟੇਟ ਲੈਵਲ 'ਤੇ ਹੁੰਦੀ ਹੈ। ਠੀਕ ਹੈ, ਸਟੇਟ ਲੈਜਿਸਲੇਚਰ ਕਾਹਦੇ 'ਚ ਆਉਂਦੀ ਹੈ ਭਾਈ? ਇਹ ਸਟੇਟ ਲੈਵਲ 'ਤੇ ਹੁੰਦੀ ਹੈ। ਇਹ ਆਰਟੀਕਲ 168 ਤੋਂ ਲੈ ਕੇ 212 ਦੇ ਵਿੱਚ ਆਉਂਦੀ ਹੈ, ਅਤੇ ਭਾਗ 6 ਦੇ ਵਿੱਚ ਆਉਂਦੀ ਹੈ। ਪ੍ਰਸ਼ਨ ਪੁੱਛ ਸਕਦੇ ਆ ਕਿ ਪਾਰਲੀਮੈਂਟ ਕਿੱਥੋਂ ਤੋਂ ਲੈ ਕੇ ਕਿੱਥੋਂ ਆਰਟੀਕਲ 'ਚ ਆਉਂਦੀ ਹੈ, ਕਿਹੜੇ ਪਾਰਟ ਦੇ ਵਿੱਚ ਆਉਂਦੀ ਹੈ। ਅਤੇ ਦੂਸਰੇ ਪਾਸੇ ਪੁੱਛ ਸਕਦੇ ਆ ਸਟੇਟ ਲੈਜਿਸਲੇਚਰ ਸਟੇਟ ਲੈਵਲ ਦੀ ਹੁੰਦੀ ਹੈ, ਅਤੇ 168 ਤੋਂ ਲੈ ਕੇ 212 ਆਰਟੀਕਲ ਦੇ ਵਿੱਚ ਆਉਂਦੀ ਹੈ, ਅਤੇ ਭਾਗ 6 ਦੇ ਵਿੱਚ ਆਉਂਦੀ ਹੈ। ਓਕੇ ਜੀ, ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ। ਦੇਖੋ ਇਸ ਤੋਂ ਬਾਅਦ ਆਰਗੇਨਾਈਜੇਸ਼ਨ ਆਫ ਪਾਰਲੀਮੈਂਟ। ਜਿਹੜੀ ਪਾਰਲੀਮੈਂਟ ਹੈ ਇਹ ਕਿਵੇਂ ਬਣਦੀ ਹੈ, ਆਰਗੇਨਾਈਜੇਸ਼ਨ ਕਿਵੇਂ ਪਾਰਲੀਮੈਂਟ ਦੀ? ਦੇਖੋ ਪ੍ਰੈਜ਼ੀਡੈਂਟ ਦਾ ਕੀ ਕੰਮ ਹੈਗਾ? ਪ੍ਰੈਜ਼ੀਡੈਂਟ ਰਾਸ਼ਟਰਪਤੀ ਦਾ ਕੀ ਕੰਮ ਹੈ? ਦੇਖੋ ਰਾਸ਼ਟਰਪਤੀ ਆਪਾਂ ਪੜ੍ਹ ਕੇ ਗਏ ਆਰਟੀਕਲ 52 ਤੋਂ ਲੈ ਕੇ ਆਰਟੀਕਲ 61 ਦੇ ਵਿੱਚ। 52 ਦੇ ਵਿੱਚ ਆਪਾਂ ਨੂੰ ਇਹ ਦੱਸਿਆ ਗਿਆ ਸੀ ਕਿ ਭਾਈ ਆਪਣਾ ਇੱਕ ਰਾਸ਼ਟਰਪਤੀ ਹੋਣਾ ਚਾਹੀਦਾ ਹੈ। 60 ਦੇ ਵਿੱਚ ਕੀ ਲਿਖੀ ਹੋਈ ਸੀ? ਉਹਦੀ ਔਥ। 61 ਦੇ ਵਿੱਚ ਉਹਦੀ ਇੰਪੀਚਮੈਂਟ, ਅਤੇ ਆਰਟੀਕਲ 72 ਦੇ ਵਿੱਚ ਕੀ ਸੀਗੀ? ਉਹ ਫਾਂਸੀ ਦੀ ਸਜ਼ਾ ਵੀ ਮਾफ़ ਕਰ ਸਕਦਾ। ਠੀਕ ਹੈ, ਆਰਟੀਕਲ ਤਾਂ ਭਾਈ ਤੁਹਾਨੂੰ ਯਾਦ ਕਰਨੀ ਪੈਣਗੇ, ਮੈਂ ਵੀ ਹੁਣ ਯਾਦ ਕਰੀ ਬੈਠਾ। ਠੀਕ ਹੈ, ਪਰ ਇਹ ਆਏ ਤਾਂ ਹੈ ਨਹੀਂ ਸੀ ਕਿ ਇੱਕ ਦਿਨ 'ਚ ਯਾਦ ਹੋ ਜਾਂਦੇ ਆ। ਪ੍ਰੈਕਟਿਸ ਨਾਲ ਜ਼ਰੂਰ ਯਾਦ ਹੋ ਜਾਣਗੇ। ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਪੁੱਤਰੋ ਉਨੀ ਛੇਤੀ ਯਾਦ ਹੋਣਗੇ। ਇਹ ਤੁਹਾਡੇ ਨਾਲ ਵਾਅਦਾ ਆਪਣਾ। ਠੀਕ ਹੈ, ਦੇਖੋ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਆਪਾਂ। ਪ੍ਰੈਜ਼ੀਡੈਂਟ ਜਿਹੜਾ ਹੁੰਦਾ ਪੁੱਤਰੋ ਨੋਟ ਏ ਪਾਰਟ ਆਫ ਐਦਰ ਹਾਊਸ ਆਫ ਪਾਰਲੀਮੈਂਟ। ਜਿਹੜਾ ਪ੍ਰੈਜ਼ੀਡੈਂਟ ਹੁੰਦਾ ਭਾਈ ਇਹ ਦੋਨੇ ਹਾਊਸ ਹੁੰਦੇ ਜਿਹੜੇ ਬੋਥ ਹਾਊਸ ਆਰ ਨੋਟ ਮੈਂਬਰ, ਆਰ ਨੋਟ ਪਾਰਟ ਜਾਂ ਨੋਟ ਮੈਂਬਰ ਲਿਖ ਦਿਓ। ਕਹਿਣ ਦਾ ਮਤਲਬ ਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਭਾਈ ਇਹ ਨਾ ਤਾਂ ਲੋਕ ਸਭਾ ਦਾ ਮੈਂਬਰ ਹੁੰਦਾ, ਨਾ ਹੀ ਇਹ ਰਾਜ ਸਭਾ ਦਾ ਮੈਂਬਰ ਹੁੰਦਾ। ਠੀਕ ਹੈ, ਪਰ ਇਹ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਕੁਆਲੀਫਾਈ ਜ਼ਰੂਰ ਹੋਣਾ ਚਾਹੀਦਾ। ਠੀਕ ਹੈ, ਕੁਆਲੀਫਾਈ ਜ਼ਰੂਰ ਹੋਣਾ ਚਾਹੀਦਾ। ਇਸ ਤੋਂ ਬਾਅਦ ਨੰਬਰ 2 'ਤੇ ਪ੍ਰੈਜ਼ੀਡੈਂਟ ਦਾ ਹੋਰ ਕੀ ਹੁੰਦਾ? ਵਟ ਐਨ ਇੰਟਰੀਗਲ ਪਾਰਟ ਆਫ ਪਾਰਲੀਮੈਂਟ। ਪਰ ਇਹ ਪਾਰਲੀਮੈਂਟ ਦਾ ਬਹੁਤ ਮਹੱਤਵਪੂਰਨ ਇੱਕ ਕੀ ਹੈਗਾ? ਪਾਰਟ ਹੈ, ਇੱਕ ਅੰਗ ਹੈ। ਠੀਕ ਹੈ, ਨੰਬਰ 3 ਬਿਕੋਜ਼ ਇਹ ਬਿੱਲ ਪਾਸ ਕੈਨ ਨਾਟ ਬੀਕਮ ਏ ਲਾ ਵਿਦਾਊਟ ਆਫ ਐਸੈਂਟ। ਕਹਿਣ ਦਾ ਮਤਲਬ ਕਿ ਕੋਈ ਵੀ ਬਿੱਲ ਰੱਦ ਕਰਨਾ, ਕੋਈ ਵੀ ਬਿੱਲ ਬਣਾਉਣਾ, ਜਿੰਨਾ ਚਿਰ ਉਹਦੇ 'ਤੇ ਪ੍ਰੈਜ਼ੀਡੈਂਟ ਦੇ ਸਾਈਨ ਨਹੀਂ ਹੁੰਦੇ, ਕਹਿਣ ਦਾ ਮਤਲਬ ਕਿ ਰਾਸ਼ਟਰਪਤੀ ਦੇ ਸਾਈਨ ਨਹੀਂ ਹੁੰਦੇ, ਉਹਨੇ ਮੋਦੀ ਵਰਗੇ ਜਿੱਥੇ ਮਰਜ਼ੀ ਭੱਜ ਲੈਣਾ, ਕੋਈ ਮਰਜ਼ੀ ਜਿੱਥੇ ਮਰਜ਼ੀ ਭੱਜ ਲੇ, ਉਨਾ ਟਾਈਮ ਬਿੱਲ ਲਾਗੂ ਨਹੀਂ ਹੋਊਗਾ ਕੋਈ ਵੀ। ਠੀਕ ਹੈ, ਕੋਈ ਵੀ ਬਿੱਲ ਪੁੱਤਰੋ ਜਦੋਂ ਬਣਦਾ ਗਾ ਉਹ ਸੰਸਦ ਦੇ ਵਿੱਚ ਹੀ ਬਣਦਾ। ਕੋਈ ਵੀ ਬਿੱਲ ਜਦੋਂ ਰੱਦ ਹੋਊਗਾ ਉਹ ਸੰਸਦ ਦੇ ਵਿੱਚ ਹੀ ਰੱਦ ਹੋਊਗਾ। ਇਹ ਗੱਲ ਤੁਸੀਂ ਅੱਜ ਦਿਮਾਗ 'ਚ ਬਿਠਾ ਲਓ। ਜਿਵੇਂ ਤੁਹਾਨੂੰ ਦੱਸਦਾ, ਹੁਣ ਕਿਸਾਨ ਬੈਠੇ ਧਰਨੇ 'ਤੇ। ਠੀਕ ਹੈ, ਕਿਸਾਨ ਧਰਨੇ 'ਤੇ ਬੈਠੇ ਹੈ। ਬਿੱਲ ਕਿੱਥੇ ਪਾਸ ਕੀਤਾ ਇਹਨਾਂ ਨੇ? ਬਿੱਲ ਪਾਸ ਕੀਤਾ ਪਾਰਲੀਮੈਂਟ ਦੇ ਵਿੱਚ। ਸਿਗਨੇਚਰ ਕਿਹਨੇ ਕੀਤੇ ਆ? ਉਹ 'ਤੇ ਸਿਗਨੇਚਰ ਕੀਤੇ ਆਪਣੇ 14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ। ਠੀਕ ਹੈ, ਹੁਣ ਜਦੋਂ ਇਹ ਬਿੱਲਾਂ 'ਤੇ ਰੌਲਾ ਪੈ ਗਿਆ, ਕਿ ਕਿਸਾਨ ਕਹਿ ਰਹੇ ਨੇ ਭਾਈ ਕਿ ਇਹ ਬਿੱਲ ਰੱਦ ਕਰੋ।
ਕੀ ਕਰੋ, ਇਹ ਬਿੱਲ ਰੱਦ ਕਰੋ। ਤਾਂ ਸਰਕਾਰ ਨੇ ਕੀ ਕੀਤਾ, ਇੱਕ ਲੋਕਾਂ ਨੂੰ ਕਿਸਾਨਾਂ ਨੂੰ ਇੱਕ ਸਮਝ ਲਓ ਕਿ ਮਿੱਠੀ ਗੋਲੀ ਦੇਤੀ। ਕਹਿੰਦੇ ਆਪਾਂ ਐਂ ਕਰਦੇ, ਤੁਸੀਂ ਸੁਪਰੀਮ ਕੋਰਟ 'ਚ ਚਲੇ ਜਾਓ, ਸੁਪਰੀਮ ਕੋਰਟ ਫੈਸਲਾ ਸੁਣਾਊਗੀ। ਅਤੇ ਜਿਹੜੇ ਲੋਕ ਤਾਂ ਪੜ੍ਹੇ ਲਿਖੇ ਹੈ, ਜਿਨ੍ਹਾਂ ਨੇ ਆਰਟੀਕਲ ਪੜ੍ਹਿਆ ਹੋਇਆ, ਉਹਨਾਂ ਨੂੰ ਤਾਂ ਸਿੱਧਾ ਪਤਾ ਲੱਗ ਗਿਆ ਕਿ ਇਹ ਸਾਨੂੰ ਇੱਕ ਮਿੱਠੀ ਗੋਲੀ ਸਿੱਟੀ ਹੈ। ਕਿਉਂਕਿ ਕੋਈ ਵੀ ਬਿੱਲ ਹੁੰਦਾ ਪੁੱਤਰੋ, ਉਹ ਪਾਰਲੀਮੈਂਟ ਦੇ ਵਿੱਚ ਹੀ ਬਣੂਗਾ ਅਤੇ ਪਾਰਲੀਮੈਂਟ ਦੇ ਵਿੱਚ ਹੀ ਰੱਦ ਹੋਊਗਾ। ਇਹਦੇ ਵਿੱਚ ਜੁਡੀਸ਼ਰੀ ਦਾ 1% ਵੀ ਰੋਲ ਨਹੀਂ ਹੈਗਾ। ਜੁਡੀਸ਼ਰੀ ਦੇ ਵਿੱਚ 1 ਵੀ % ਰੋਲ ਨਹੀਂ ਹੈਗਾ। ਉਹ ਕਹੀ ਜਾਂਦੇ SIT ਬਣਾਓ, ਫਲਾਨੀ ਬਣਾਓ, ਧਮਕੀ ਬਣਾਓ। ਇਹ ਇੱਕ ਸਿਰਫ ਮਨਘੜਤ ਕਹਾਣੀ ਹੈ ਕਿ ਅੰਦੋਲਨ ਨੂੰ ਲੰਮਾ ਲੈ ਕੇ ਜਾਈਏ। ਪਰ ਅਸਲ ਦੇ ਵਿੱਚ ਕੀ ਹੈਗਾ, ਅਸਲ ਦੇ ਵਿੱਚ ਸਾਰਾ ਕੰਮ ਪਾਰਲੀਮੈਂਟ ਦਾ ਹੈਗਾ। ਓਕੇ ਜੀ, ਇਹ ਗੱਲ ਉਹਦੇ ਦਿਮਾਗ 'ਚ ਬਿਠਾ ਲਓ। ਇਸ ਤੋਂ ਬਾਅਦ ਆਪਾਂ ਜਿਹੜੇ ਅੱਗੇ ਗੱਲ ਕਰਦੇ ਹਾਂ, ਉਹ ਗੱਲ ਕਰਨ ਲੱਗੇ ਜੀ ਆਪਾਂ ਕੌਂਸਲ ਆਫ ਸਟੇਟ। ਕੌਂਸਲ ਆਫ ਸਟੇਟ ਕਿਹਨੂੰ ਕਿਹਾ ਜਾਂਦਾ ਹੈਗਾ? ਪ੍ਰਸ਼ਨ ਆ ਸਕਦਾ ਕਿ ਕੌਂਸਲ ਆਫ ਸਟੇਟ ਕਿਸ ਨੂੰ ਕਿਹਾ ਜਾਂਦਾ ਹੈ? ਰਾਜ ਸਭਾ ਨੂੰ। ਰਾਜ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ? 6 ਸਾਲ ਦਾ। ਰਾਜ ਸਭਾ ਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ। ਅਤੇ ਰਾਜ ਸਭਾ ਨੂੰ ਕੌਣ ਚਲਾਉਂਦਾ ਹੈਗਾ? ਆਪਣਾ ਵਾਈਸ ਪ੍ਰੈਜ਼ੀਡੈਂਟ, ਜਿਹਨੂੰ ਆਪਾਂ ਉਪ ਰਾਸ਼ਟਰਪਤੀ ਕਹਿੰਦੇ ਹਾਂ। ਉਪ ਰਾਸ਼ਟਰਪਤੀ ਕੌਣ ਆ? ਆਪਣਾ ਵੈਂਕਈਆ ਨਾਇਡੂ ਉਪ ਰਾਸ਼ਟਰਪਤੀ ਹੈ। ਇਸ ਤੋਂ ਬਾਅਦ ਆ ਗਿਆ ਨੰਬਰ 3 'ਤੇ ਹਾਊਸ ਆਫ ਪੀਪਲ। ਠੀਕ ਹੈ, ਹਾਊਸ ਆਫ ਪੀਪਲ। ਹਾਊਸ ਆਫ ਪੀਪਲ ਕਿਹਨੂੰ ਕਿਹਾ ਜਾਂਦਾ ਹੈਗਾ? ਲੋਕ ਸਭਾ ਨੂੰ, ਜਿਹਨੂੰ ਕਿ ਆਪਾਂ ਲੋਅਰ ਹਾਊਸ ਕਹਿੰਦੇ ਹਾਂ। ਇਹ ਕਿਹਦੇ ਆਪਣੇ ਵਿੱਚੋਂ ਹੀ ਕਿਸੇ ਇੱਕ ਨੂੰ ਇਹ ਸਪੀਕਰ ਚੁਣਦੇ ਆ। ਆਪਣੇ ਵਿੱਚੋਂ ਕੋਈ ਇੱਕ MP ਨੂੰ ਇਹ ਕੀ ਚੁਣਦੇ ਆ? ਸਪੀਕਰ ਚੁਣਦੇ ਆ। ਇਹ ਜਦੋਂ ਇਹ ਸਪੀਕਰ ਚੁਣਿਆ ਗਿਆ ਤਾਂ ਉਹ ਬੰਦਾ ਆਪਦੇ ਪਦ ਤੋਂ ਅਸਤੀਫਾ ਦੇ ਦੂਗਾ। ਠੀਕ ਹੈ ਜੀ, ਉਹਦੇ ਕੋਲ ਸਪੀਕਰ ਦਾ ਉਹਦਾ ਰਹਿ ਜੂਗਾ, ਉਹਦੇ ਕੋਲ MP ਦਾ ਉਹਦਾ ਨਹੀਂ ਰਹੂਗਾ। ਪਾਰਲੀਮੈਂਟ ਦੀ ਗੱਲ ਕਰ ਹੀ ਲਈ ਕਿ ਪਾਰਲੀਮੈਂਟ ਦੀ ਗੱਲ 79 ਆਰਟੀਕਲ ਤੋਂ ਲੈ ਕੇ 128 ਆਰਟੀਕਲ ਦੇ ਵਿੱਚ ਹੁੰਦੀ ਹੈ। 128 ਹੈ ਅਤੇ 122 ਹੈ। 122 ਹੈ। ਠੀਕ ਹੈ, 79 ਤੋਂ ਲੈ ਕੇ 122 ਦੇ ਵਿੱਚ ਗੱਲ ਹੁੰਦੀ ਹੈ। ਦੂਸਰੀ ਗੱਲ, ਅੱਧੇ ਇੱਕ ਬੱਚੇ ਦਾ ਗੱਲ ਆਇਆ ਸੀ ਪੈਟਰੋਲ ਦੀ ਕੀਮਤ ਨੂੰ ਲੈ ਕੇ। ਇੱਕ ਬੱਚੇ ਨੇ ਸਵਾਲ ਪੁੱਛਿਆ ਸੀ, ਕਹਿੰਦਾ ਜੀ 100 ਰੁਪਏ ਪੈਟਰੋਲ, 101 ਰੁਪਏ ਪੈਟਰੋਲ ਹੋਇਆ ਪਿਆ। ਕਹਿੰਦਾ ਇਹਦੇ ਵਿੱਚ ਕਹਿੰਦਾ ਸਟੇਟ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਕਿਉਂ ਨਹੀਂ ਹੈਗਾ ਪੁੱਤਰੋ ਸਟੇਟ ਸਰਕਾਰ ਦਾ ਰੋਲ? ਪਹਿਲਾਂ ਆਰਟੀਕਲ ਚੰਗੀ ਤਰ੍ਹਾਂ ਪੜ੍ਹੀ ਦੇ ਹੁੰਦੇ ਆ, ਫਿਰ ਗੱਲ ਕਰੀ ਦੀ ਹੁੰਦੀ ਹੈ। ਠੀਕ ਹੈ ਜੀ, ਨਹੀਂ ਗੱਲ ਦਾ ਪਤਾ ਹੁੰਦਾ ਕਹਿ ਦਿਆ ਕਰੋ ਜੀ ਸਾਨੂੰ ਪਤਾ ਨਹੀਂ ਇਹ ਗੱਲ ਦਾ। ਜਿਹੜਾ ਪੈਟਰੋਲ ਆ ਰਿਹਾ ਨਾ ਪਿੱਛੇ ਤੋਂ, ਪੈਟਰੋਲ ਪਿੱਛੇ ਤੋਂ ਸਾਰਾ ਇਹਨਾਂ ਨੂੰ ਆ ਰਿਹਾ 45 ਰੁਪਏ ਲੀਟਰ। ਅੱਜ ਦੇ ਟਾਈਮ ਦੀ ਗੱਲ ਕਰਦਾ, 45 ਰੁਪਏ ਆ ਰਿਹਾ, 48 ਰੁਪਏ ਰੇਟ ਘੱਟਦੇ ਵੱਧਦੇ ਰਹਿੰਦੇ। ਇਸ ਤੋਂ ਜ਼ਿਆਦਾ ਇਹਨੂੰ ਪੈਟਰੋਲ ਨਹੀਂ ਆ ਰਿਹਾ ਪਿੱਛੇ ਤੋਂ। ਕੀ ਕਰਦੀ ਹੈ, ਉਹਦੇ 'ਤੇ 30 ਰੁਪਏ ਸਰਕਾਰ ਆਪਣਾ ਟੈਕਸ ਲਾਈ ਜਾਂਦੀ ਹੈ, ਜੇ 25 ਰੁਪਏ ਸਰਕਾਰ ਆਪਣਾ ਟੈਕਸ ਲਾਈ ਜਾਂਦੀ ਹੈ ਸੈਂਟਰ ਦੀ ਸਰਕਾਰ। 70 ਰੁਪਏ ਹੋ ਗਿਆ। ਇਸ ਤੋਂ ਬਾਅਦ 31 ਰੁਪਏ ਆਪਣੀ ਪੰਜਾਬ ਸਰਕਾਰ ਟੈਕਸ ਲਾ ਰਹੀ ਹੈ ਪੈਟਰੋਲ 'ਤੇ। ਪੰਜਾਬ ਸਰਕਾਰ, ਸਮਝ ਗਏ ਗੱਲ? ਪਤਾ ਨਹੀਂ ਕੀ ਆਪਦੀਆਂ ਵਿੱਚ ਇੱਕ ਦੋ ਛੱਡੀ ਜਾਂਦੀ ਸੀ ਜੀ, ਐਂ ਹੋ ਜਾਂਦਾ, ਐਂ ਹੋ ਜਾਂਦਾ, ਐਂ ਹੋ ਜਾਂਦਾ। ਐਂ ਕੁਛ ਨਹੀਂ ਹੁੰਦਾ। 45 ਰੁਪਏ ਪੈਟਰੋਲ ਆਉਂਦਾ, ਜਿੰਨਾ ਸੈਂਟਰ ਸਰਕਾਰ ਲਾਉਂਦੀ ਨੇ ਇਸ ਤੋਂ ਜ਼ਿਆਦਾ ਆਪਣੇ ਵਾਲੀ ਪੰਜਾਬ ਸਰਕਾਰ ਲਾਈ ਜਾਂਦੀ ਹੈ। ਪੰਜਾਬ ਸਰਕਾਰ ਦਾ ਇਹ ਜੇ ਪੰਜਾਬ ਸਰਕਾਰ 5 ਰੁਪਏ ਵੀ ਪੈਟਰੋਲ ਡੀਜ਼ਲ ਘਟਾ ਦੇਣਾ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹਨਾਂ ਦਾ ਟੈਕਸ ਹੀ ਘਟੂ ਇਹਨਾਂ ਦਾ। ਤਾਂ ਇਹਨਾਂ ਕਿਹੜਾ ਪੱਲੇ ਪਾਉਣਾ। ਪਰ ਨਾ, ਹਰੇਕ ਅੱਜ ਦੇ ਟਾਈਮ 'ਤੇ ਹਰੇਕ ਸਰਕਾਰ ਨੂੰ ਪਤਾ ਕਿ ਮੂਹਰੇ ਸਤਾਉਣਾ ਨਹੀਂ, ਕਿ ਲੁੱਟ ਲਓ ਜਿੰਨਾ ਲੁੱਟਣਾ ਹੈਗਾ। ਠੀਕ ਹੈ, ਤਾਂ ਕਰਕੇ ਥੋੜ੍ਹੀ ਜਿਹੀ ਨਾ ਤੁਹਾਨੂੰ ਦੱਸ ਦਾਂਗਾ ਮੈਂ, ਆਹਰੀ ਜ਼ਿੰਮੇਵਾਰੀ ਸਮਝੋ। ਝੰਡੇ ਨਾ ਚੱਕੋ ਇਕੱਲੇ, ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਨਾ ਲਾਓ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਛ ਬਣਨਾ ਨਾ, ਜਿਹੜੀ ਸਹੀ ਸਰਕਾਰ ਹੈ, ਠੀਕ ਹੈ, ਸੱਚਾਈ ਦਾ ਸਾਹਮਣਾ ਕਰਨਾ ਸਿੱਖੋ। ਇਹ ਨਹੀਂ ਹੈਗਾ ਕਿ ਉਸੇ ਚੀਜ਼ ਦੇ ਮੰਗਦੇ ਤੁਰੇ ਫਿਰੋ ਜਿਹੜੀ ਅੱਜ ਤੋਂ 100 ਸਾਲ ਪਹਿਲਾਂ ਤੁਸੀਂ ਤੁਰੇ ਫਿਰਦੇ ਹੋ। ਠੀਕ ਹੈ, ਆਪਣੀ ਜ਼ਿੰਮੇਵਾਰੀ ਨੂੰ ਸਮਝੋ ਅਤੇ ਆਪਣੀ ਵੋਟ ਦਾ ਅਧਿਕਾਰ ਸਮਝੋ। ਠੀਕ ਹੈ, ਜਿਹੜੀ ਆਪਾਂ ਨੂੰ ਵੋਟ ਦਾ ਅਧਿਕਾਰ ਦਿੱਤਾ, ਭਗਤ ਸਿੰਘ ਵਰਗੇ ਨੇ ਫਾਂਸੀਆਂ ਦੇ ਚੜ੍ਹ ਦਿੱਤਾ ਇਹ ਅਧਿਕਾਰ। ਪਹਿਲਾਂ ਆਪਾਂ ਨੂੰ ਆਪਦਾ ਬੰਦਾ ਚੁਣਨ ਦਾ ਵੀ ਅਧਿਕਾਰ ਨਹੀਂ ਸੀ ਕਿ ਆਪਾਂ ਆਪਦਾ ਮੈਂਬਰ ਚੁਣ ਸਕਦੇ ਹਾਂ ਜਾਂ ਆਪਾਂ ਆਪਦਾ ਸਰਪੰਚ ਚੁਣ ਸਕਦੇ ਹਾਂ। ਭਗਤ ਸਿੰਘ ਵਰਗੇ ਫਾਂਸੀਆਂ ਦੇ ਚੜ੍ਹਿਆ, ਫਿਰ ਕਰਕੇ ਜਾ ਕੇ ਕਿਤੇ ਆਪਾਂ ਨੂੰ ਇਹ ਅਧਿਕਾਰ ਮਿਲਿਆ ਵੋਟ ਪਾਉਣ ਦਾ। ਤਾਂ ਕਰਕੇ ਇਹ ਜਿਹੜਾ ਵੋਟ ਪਾਉਣ ਦਾ ਅਧਿਕਾਰ, ਇਹਦੀ ਸਹੀ ਵਰਤੋਂ ਕਰੋ। ਓਕੇ, ਉੱਥੇ ਰਵਾਇਤੀ ਉੱਥੇ ਨਾ ਤੁਰੇ ਫਿਰੋ ਜਿਹੜੇ ਜਿੱਥੇ ਆਪਾਂ ਪਹਿਲਾਂ ਤੁਰੇ ਫਿਰਦੇ ਹਾਂ। ਜੇ ਆਪਾਂ ਕੁਛ ਬਣਾਉਣਾ ਆਪਦਾ ਅਤੇ ਆਉਣ ਵਾਲੇ ਬੱਚਿਆਂ ਦਾ ਵੀ ਬਣਾਉਣਾ ਆਪਾਂ। ਠੀਕ ਹੈ, ਅਤੇ ਆਹ ਆਰਟੀਕਲ ਦੇਖੋ, ਪੋਲੀਟੀ ਦਾ ਜਿਹੜੇ ਬੰਦੇ ਨੇ ਪੋਲੀਟੀ ਚੰਗੀ ਤਰ੍ਹਾਂ ਕਰ ਲਈ ਨਾ, ਉਹਨੂੰ ਅਕਲ ਆ ਜਾਊਗੀ, ਇੰਨਾ ਮੈਨੂੰ ਪਤਾ। ਇਸ ਤੋਂ ਬਾਅਦ ਗੱਲ ਆ ਗਈ ਬੱਚੋ ਸਟੇਟ ਲੈਜਿਸਲੇਚਰ। ਸਟੇਟ ਲੈਜਿਸਲੇਚਰ ਕੀ ਹੁੰਦਾ? ਦੇਖੋ, ਜਿਹੜੀ ਸਟੇਟ ਹੁੰਦੀ ਹੈ ਆਪਣੀ ਸਟੇਟ, ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ? ਇੱਕ ਹੁੰਦੀ ਯੂਨੀਕੈਮਰਲ, ਇੱਕ ਬਾਈ ਕੈਮਰਲ ਸਟੇਟਾਂ ਹੁੰਦੀਆਂ ਹਨ। ਠੀਕ ਹੈ, ਕਈ ਵਾਰੀ ਪ੍ਰਸ਼ਨ ਪੁੱਛ ਲੈਂਦੇ ਕਿ ਪੰਜਾਬ ਯੂਨੀਕੈਮਰਲ ਅਤੇ ਬਾਈ ਕੈਮਰਲ ਆ। ਉਹਦੇ ਬਾਰੇ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਕਿ ਪੰਜਾਬ ਯੂਨੀਕੈਮਰਲ ਅਤੇ ਬਾਈ ਕੈਮਰਲ ਹੈ। ਸਭ ਤੋਂ ਪਹਿਲਾਂ ਇਹ ਸਮਝੋ ਕਿ ਸਟੇਟ ਦੀ ਲੈਜਿਸਲੇਚਰ ਹੁੰਦੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ? ਯੂਨੀਕੈਮਰਲ ਅਤੇ ਬਾਈ ਕੈਮਰਲ। ਹੁਣ ਆਪਾਂ ਗੱਲ ਕਰਦੇ ਹਾਂ ਯੂਨੀਕੈਮਰਲ।
ਜਿਸ ਸਟੇਟ ਵਿੱਚ ਸਿਰਫ ਇੱਕ ਸਿੰਗਲ ਹਾਊਸ ਹੀ ਹੁੰਦਾ ਹੈ, ਜਿੱਥੇ ਸਿਰਫ ਵਿਧਾਨ ਸਭਾ ਹੀ ਹੁੰਦੀ ਹੈ, ਉਸ ਨੂੰ ਯੂਨੀਕੈਮਰਲ ਕਹਿੰਦੇ ਹਨ। ਦੇਖੋ ਜਿਵੇਂ ਕੋਈ ਆਪਣੀ ਪੰਜਾਬ ਸਟੇਟ ਹੈ, ਜੇਕਰ ਕਿਸੇ ਸਟੇਟ ਦੇ ਵਿੱਚ ਵਿਧਾਨ ਪਰਿਸ਼ਦ ਵੀ ਹੈਗੀ ਹੈ, ਓਕੇ, ਤੇ ਵਿਧਾਨ ਸਭਾ ਵੀ ਹੈਗੀ ਹੈ, ਕੀ ਹੈ, ਵਿਧਾਨ ਪਰਿਸ਼ਦ ਵੀ ਹੈਗੀ ਹੈ ਤੇ ਵਿਧਾਨ ਸਭਾ ਵੀ ਹੈਗੀ ਹੈ, ਤਾਂ ਜਿਹੜਾ ਜਿੱਥੇ ਇਕੱਲੀ ਵਿਧਾਨ ਸਭਾ ਹੈਗੀ, ਠੀਕ ਹੈ, ਜਿਵੇਂ ਆਪਣੇ ਪੰਜਾਬ ਦੇ ਵਿੱਚ ਇਕੱਲੀ ਵਿਧਾਨ ਸਭਾ ਹੈਗੀ ਹੈ, ਵਿਧਾਨ ਸਭਾ ਦੀ ਆਪਣੇ 117 ਸੀਟਾਂ ਹੈ, ਤਾਂ ਉਹ ਸਟੇਟ ਕਿਹੜੀ ਹੋਊਗੀ, ਉਹ ਹੋਊਗੀ ਯੂਨੀਕੈਮਰਲ। ਜਿੱਥੇ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਦੋਨੇ ਹੀ ਹੋਣਗੀਆਂ, ਉਹ ਸਟੇਟ ਕਿਹੜੀ ਹੋਊਗੀ, ਬਾਏ ਕੈਮਰਲ। ਓਕੇ, ਇਹ ਗੱਲ ਦਿਮਾਗ 'ਚ ਬਿਠਾ ਲਓ, ਪੰਜਾਬ ਆਪਣਾ ਯੂਨੀਕੈਮਰਲ ਦੇ ਵਿੱਚ ਆਉਂਦਾ। ਓਕੇ, ਅਤੇ ਇਹਨੂੰ ਕੀ ਕਿਹਾ ਜਾਂਦਾ, ਯੂਨੀਕੈਮਰਲ ਨੂੰ ਸਿੰਗਲ ਹਾਊਸ ਕਿਹਾ ਜਾਂਦਾ ਹੈਗਾ। ਓਕੇ ਜੀ, ਕੀ ਕਿਹਾ ਜਾਂਦਾ, ਸਿੰਗਲ ਹਾਊਸ। ਹੁਣ ਆਪਾਂ ਵੱਧਦੇ ਹਾਂ ਅੱਗੇ। ਇਸ ਤੋਂ ਬਾਅਦ ਆਪਾਂ ਆ ਗਏ ਭਾਈ ਅਗਲੇ 'ਤੇ। ਦੇਖੋ ਕੀ ਕਹਿੰਦੇ, ਇਸ ਤੋਂ ਬਾਅਦ ਬਾਈ ਕੈਮਰਲ ਸਟੇਟਾਂ। ਬਾਈ ਕੈਮਰਲ ਸਟੇਟ ਕਿਹੜੀ ਹੁੰਦੀ ਹੈ, ਇਹ ਉਹ ਸਟੇਟ ਹੁੰਦੀ ਹੈ ਜਿੱਥੇ ਬੋਥ ਆਫ ਹਾਊਸ ਹੁੰਦੇ ਹਨ। ਬੋਥ ਆਫ ਹਾਊਸ ਦਾ ਮਤਲਬ ਕਿ ਜਿੱਥੇ ਵਿਧਾਨ ਸਭਾ ਵੀ ਹੁੰਦੀ ਹੈ ਅਤੇ ਵਿਧਾਨ ਪਰਿਸ਼ਦ ਵੀ ਹੁੰਦੀ ਹੈ, ਲੈਕਸਲੇਟਿਵ ਅਸੈਂਬਲੀ ਵੀ ਹੁੰਦੀ ਹੈ ਅਤੇ ਲੈਕਸਲੇਟਿਵ ਕੌਂਸਲ ਵੀ ਹੁੰਦੀ ਹੈ। ਦੋਵੇਂ ਚੀਜ਼ਾਂ ਜਿੱਥੇ ਇਕੱਠੀਆਂ ਹੁੰਦੀਆਂ ਉਹਨੂੰ ਆਪਾਂ ਕਹਿੰਦੇ ਹਾਂ ਬਾਈ ਕੈਮਰਲ। ਓਕੇ ਜੀ, ਇਸ ਤੋਂ ਬਾਅਦ ਆਹ ਭਾਈ ਭਾਰਤ ਦੇ ਵਿੱਚ ਕੁੱਲ 6 ਸਟੇਟਾਂ ਹੈਗੀਆਂ ਜਿਹੜੀਆਂ ਬਾਈ ਕੈਮਰਲ ਹੈ। 28 ਸਟੇਟਾਂ ਦੇ ਵਿੱਚੋਂ 6 ਸਟੇਟਾਂ ਹੈਗੀਆਂ। 28 ਸਟੇਟਾਂ ਆਪਣੇ ਯਾਦ ਰੱਖਿਓ, ਠੀਕ ਹੈ, 28 ਸਟੇਟਾਂ ਹੈਗੀਆਂ। ਅਤੇ ਭਾਰਤ ਦੇ ਵਿੱਚ 6 ਸਟੇਟਾਂ ਬਾਈ ਕੈਮਰਲ ਹਨ, ਠੀਕ ਹੈ। 28 ਦੇ ਵਿੱਚੋਂ 6 ਦਾ ਬਾਈ ਕੈਮਰਲ ਆ, ਬਾਕੀ ਜਿਹੜੀਆਂ ਬਾਈ ਹੈਗੀਆਂ ਉਹ ਕੀ ਹੈ, ਯੂਨੀਕੈਮਰਲ ਆ। ਕਹਿਣ ਦਾ ਮਤਲਬ ਸਭ ਤੋਂ ਜ਼ਿਆਦਾ ਆਪਣੇ ਕਈ ਵਾਰ ਪੁੱਛ ਸਕਦੇ ਕਿ ਆਪਣੇ ਜ਼ਿਆਦਾ ਸਟੇਟਾਂ ਯੂਨੀਕੈਮਰਲ ਅਤੇ ਬਾਈ ਕੈਮਰਲ ਆ। ਆਪਣੇ ਜ਼ਿਆਦਾ ਸਟੇਟਾਂ ਭਾਈ ਯੂਨੀਕੈਮਰਲ ਆ, ਬਾਈ ਕੈਮਰਲ ਦਾ ਸਿਰਫ 6 ਹੈ। ਉਹ 6 ਦੇ ਨਾਂ ਵੀ ਤੁਸੀਂ ਐਜ ਇਟ ਯਾਦ ਕਰ ਲਿਓ। ਦੇਖੋ ਤੇਲੰਗਾਨਾ ਆਪਣੀ 29ਵੀਂ ਸਟੇਟ ਬਣੀ ਸੀ, ਠੀਕ ਹੈ। ਹੁਣ ਤਾਂ 28 ਹੋ ਗਿਆ ਕਿਉਂਕਿ ਜੰਮੂ ਕਸ਼ਮੀਰ ਨੂੰ ਯੂਟੀ ਬਣਾਤਾ। ਤਾਂ ਤੇਲੰਗਾਨਾ ਆਪਣੀ ਕਿਹੜੀ ਬਣੀ ਸੀ, 29ਵੀਂ ਸਟੇਟ ਬਣੀ ਸੀ। ਤੇਲੰਗਾਨਾ ਕਿਤੋਂ ਅਲੱਗ ਹੋ ਕੇ ਬਣੀ ਸੀ, ਆਂਧਰਾ ਪ੍ਰਦੇਸ਼ ਤੋਂ ਅਲੱਗ ਹੋ ਕੇ ਬਣੀ ਸੀ 2014 ਦੇ ਵਿੱਚ। ਬਿਹਾਰ ਦੀ ਰਾਜਧਾਨੀ ਕੀ ਹੈ, ਪਟਨਾ, ਅਤੇ ਬਿਹਾਰ ਦਾ CM ਕੌਣ ਹੈ, ਨਿਤੀਸ਼ ਕੁਮਾਰ, ਅਤੇ ਗਵਰਨਰ ਕੌਣ ਹੈ, ਫੱਗੂ ਹੈ ਸ਼ਾਇਦ ਗਵਰਨਰ, ਦੱਸਿਓ ਤੁਸੀਂ ਚੰਗਾ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਕੀ ਹੈ, ਯੂਪੀ ਦੀ ਲਖਨਊ, ਕੌਣ ਹੈ ਇਹ, ਯੋਗੀ ਆਦਿੱਤਿਆਨਾਥ ਅਤੇ ਆਨੰਦੀਬੇਨ ਪਟੇਲ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕੀ ਹੈ, ਇਹ ਤੁਸੀਂ ਦੱਸੋ, ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕੀ ਹੈ। ਓਕੇ, ਅਤੇ CM ਕੌਣ ਹੈ ਇਹਦਾ, ਸ਼ਿਵਰਾਜ ਚੌਹਾਨ। ਮਹਾਰਾਸ਼ਟਰ ਦੀ ਰਾਜਧਾਨੀ ਕੀ ਹੈ, ਮੁੰਬਈ। ਕਰਨਾਟਕਾ ਦੀ ਕੀ ਹੈ, ਬੈਂਗਲੋਰ। ਮਹਾਰਾਸ਼ਟਰ ਦਾ CM ਕਿਹੜਾ ਹੈਗਾ, ਉਦਮ, ਅਤੇ ਗਵਰਨਰ ਹੈਗਾ ਭਗਤ ਕੁਸ਼ਾਰੀ। ਕਰਨਾਟਕਾ ਦਾ ਤੁਸੀਂ ਦੱਸਣਾ, ਅਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਤੁਸੀਂ ਦੱਸਣੀ ਹੈ। ਭੋਪਾਲ ਦਾ ਕੀ ਹੈਗੀ, ਜਾਂ ਉੜੀਸਾ ਦੀ ਹੈ ਭੋਪਾਲ, ਤੁਸੀਂ ਦੱਸਿਓ। ਇਸ ਤੋਂ ਬਾਅਦ ਜੰਮੂ ਕਸ਼ਮੀਰ ਕੀ ਹੈ ਬਾਈ, ਜੰਮੂ ਕਸ਼ਮੀਰ ਦੀ ਗੱਲ ਕਰਨ ਲੱਗਿਆ ਆਪਾਂ। ਜੰਮੂ ਕਸ਼ਮੀਰ ਨੂੰ ਬਾਈ ਕੈਮਰਲ ਸਟੇਟ ਦੇ ਵਿੱਚੋਂ ਬਾਹਰ ਕਰ ਦਿੱਤਾ। ਪਹਿਲਾਂ ਆਪਣੇ ਇੱਥੇ ਜੰਮੂ ਕਸ਼ਮੀਰ ਵੀ ਹੁੰਦਾ ਸੀ, ਪਰ ਉਹਨੂੰ ਅਲੱਗ ਕਰਤਾ, ਉਹਨੂੰ ਯੂਨੀਕੈਮਰਲ ਬਣਾਤਾ। ਇਸ ਨੂੰ ਜੰਮੂ ਕਸ਼ਮੀਰ ਨੂੰ ਕਿਹੜੇ ਐਕਟ ਦੇ ਅਧੀਨ ਯੂਨੀਕੈਮਰਲ ਬਣਾਤਾ ਭਾਈ, ਇਹਨੂੰ ਬਣਾਤਾ ਰੈਕੋਗਨਾਈਜੇਸ਼ਨ ਐਕਟ 2019 ਦੇ ਆਧਾਰ 'ਤੇ ਇਹਨੂੰ ਬਾਹਰ ਕੱਢਤਾ। ਕਿਹਦੇ ਵਿੱਚੋਂ, ਬਾਈ ਕੈਮਰਲ ਦੇ ਵਿੱਚੋਂ। ਹੁਣ ਇਹ ਕੀ ਹੈ, ਇੱਕ ਯੂਨੀਕੈਮਰਲ ਹੈ। ਮੋਸਟ ਸਟੇਟਸ ਹੈਵ ਯੂਨੀਕੈਮਰਲ, ਜ਼ਿਆਦਾਤਰ ਸਟੇਟਾਂ ਆਪਣੀਆਂ ਯੂਨੀਕੈਮਰਲ ਹੈ, ਜਿੱਥੇ ਕਿ ਸਿਰਫ ਵਿਧਾਨ ਸਭਾ ਹੈਗੀ। ਸਿਰਫ 6 ਸਟੇਟਾਂ ਜਿੱਥੇ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਹੀ ਹੈਗੀ। ਓਕੇ ਜੀ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰਾਜ ਸਭਾ ਬਾਰੇ। ਇਹਦੀ ਡਿਟੇਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਸੇ ਨੇ ਅੱਜ ਤੱਕ ਪੜ੍ਹਾਇਆ ਹੋਊਗਾ, ਨਾ ਹੀ ਤੁਹਾਨੂੰ ਕਿਸੇ ਦੇ ਬੁੱਕਸ 'ਚ ਮਿਲਣ ਇੰਨੀਆਂ ਚੀਜ਼ਾਂ। ਤਾਂ ਕਰਕੇ ਕਹਿੰਦਾ ਉਹਨੇ ਵੀਡੀਓ ਲਾਈਕ ਕਰ ਦਿਆ ਕਰੋ ਵੱਧ ਤੋਂ ਵੱਧ। ਦੇਖੋ, ਮੈਕਸੀਮਮ ਸਟਰੈਂਥ ਫਿਕਸਡ ਐਟ 250। ਕਹਿੰਦਾ ਮਤਲਬ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਹੈ ਉਹ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਆ, 250 ਹੋ ਸਕਦੇ। ਗੱਲ ਯਾਦ ਰੱਖਣੀ ਹੈ, ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਆ, 250। ਪਰ ਪ੍ਰੈਜ਼ੀਡੈਂਟ ਦੇ ਵਿੱਚ ਆਪਣੇ ਕਿੰਨੇ ਮੈਂਬਰ ਨੇ, 245। ਵੱਧ ਤੋਂ ਵੱਧ 250 ਹੋ ਸਕਦਾ, 250 ਤੋਂ ਵੱਧ ਨਹੀਂ ਸਕਦੇ, ਪਰ ਅਸਲ ਦੇ ਵਿੱਚ ਕਿੰਨੇ ਆਪਣੇ, 245। ਇਸ ਤੋਂ ਬਾਅਦ 238 ਹੈ ਜਿਹੜੇ ਰੀਪ੍ਰਜੈਂਟਡ ਆਫ ਦਾ ਸਟੇਟ ਐਂਡ ਯੂਟੀ। ਜਿਹੜੇ ਇਹ 238 ਹੈ, ਠੀਕ ਹੈ, ਇਹ ਚੁਣੇ ਜਾਂਦੇ ਆਪਣੇ ਸਟੇਟਾਂ ਦੇ ਵਿੱਚੋਂ ਅਤੇ ਯੂਟੀ ਦੇ ਵਿੱਚੋਂ। ਸਟੇਟਾਂ ਜਿਹੜੀਆਂ ਆਪਣੀਆਂ ਸਟੇਟਾਂ ਹੋ ਗਈਆਂ, ਜਿਵੇਂ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ, 7 ਸੀਟਾਂ। ਇਹਦੇ ਵਿੱਚੋਂ ਜਿਹੜੀ ਸਟੇਟ ਗੌਰਮੈਂਟ ਹੈ ਉਹ ਆਪਦੇ ਵੱਲੋਂ, ਜਿਹੜੀ ਸਰਕਾਰ ਚੁਣੀ ਹੋਈ ਹੁੰਦੀ ਹੈ, ਉਹ ਆਪਦੇ ਵੱਲੋਂ ਸੈਂਟਰ ਨੂੰ ਆਪਦੇ ਕੁਝ
ਕੀ ਦਿੰਦੀ ਹੈਗੀ, ਬੰਦੇ ਦਿੰਦੀ ਹੈ ਆਪਦੀ, ਠੀਕ ਹੈ, ਸੈਂਟਰ ਨੂੰ। ਇਸ ਤੋਂ ਬਾਅਦ ਕੀ ਆ ਗਿਆ, ਜਿਹੜੇ ਇਹ ਰਾਜ ਸਭਾ ਦੇ ਮੈਂਬਰ ਹੁੰਦੇ ਆ, ਇਹ ਕਿਹੜੇ ਤਰੀਕੇ ਨਾਲ ਚੁਣੇ ਜਾਂਦੇ ਆ, ਇਨਡਾਇਰੈਕਟਲੀ ਤਰੀਕੇ ਨਾਲ ਚੁਣੇ ਜਾਂਦੇ ਆ। ਇਨਡਾਇਰੈਕਟਲੀ ਤਰੀਕੇ ਦਾ ਕੀ ਮਤਲਬ ਹੈ ਕਿ ਆਪਦੀ ਮਰਜ਼ੀ ਦੇ ਨਾਲ ਗੌਰਮੈਂਟ ਸਰਕਾਰ, ਕਿਸੇ ਵੀ ਸਟੇਟ ਦੀ ਗੌਰਮੈਂਟ ਸਰਕਾਰ ਆਪਦੀ ਮਰਜ਼ੀ ਨਾਲ ਚੁਣ ਕੇ ਭੇਜ ਸਕਦੀ ਹੈ ਉੱਥੇ, ਠੀਕ ਹੈ। ਇਹਦੇ 'ਚ ਕੋਈ ਵੋਟ ਨਹੀਂ ਪੈਂਦੀ, ਕੁਛ ਨਹੀਂ ਹੁੰਦਾ। ਜਿਹੜਾ ਵੋਟ ਪੈਂਦੀ ਹੁੰਦੀ ਹੈ ਉਹ ਤਾਂ ਆਪਾਂ ਕਹਿੰਦੇ ਹਾਂ ਡਾਇਰੈਕਟਰੀ ਇਲੈਕਸ਼ਨ। ਜਿਹੜੇ ਬਿਨਾਂ ਵੋਟ ਤੋਂ ਚੁਣਿਆ ਜਾਂਦਾ ਗਾ ਉਹ ਹੁੰਦੀ ਹੈ ਇਨਡਾਇਰੈਕਟਰੀ ਇਲੈਕਸ਼ਨ। ਜਿਵੇਂ ਹੁਣ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਗਾ, ਜਿਹੜਾ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਗਾ ਉਹ ਇਨਡਾਇਰੈਕਟਰੀ ਇਲੈਕਸ਼ਨ ਦੁਆਰਾ ਚੁਣਿਆ ਜਾਂਦਾ ਗਾ। ਯਾਦ ਰੱਖਣੀ ਹੈ, ਇਨਡਾਇਰੈਕਟਰੀ ਇਲੈਕਸ਼ਨ ਦੁਆਰਾ, ਜਿਹਦੇ ਵਿੱਚ ਆਪਾਂ ਲੋਕ ਵੋਟ ਪਾਵਾਂਗੇ, ਜਿਹਦੇ ਵਿੱਚ ਆਪਣੇ ਲੋਕ ਵੋਟ ਪਾਉਣਗੇ, ਭਾਰਤ ਦੇ ਲੋਕ ਵੋਟ ਪਾਉਣਗੇ, ਉਹ ਹੁੰਦੀ ਹੈ ਡਾਇਰੈਕਟਰੀ ਇਲੈਕਸ਼ਨ। ਜਿਹਦੇ ਵਿੱਚ ਆਪਣੇ ਲੋਕ ਵੋਟ ਨਹੀਂ ਪਾਉਂਦੇ, ਜਿਹਦੇ 'ਚ MLA ਅਤੇ MP ਵੋਟ ਪਾਉਂਦੇ ਆ ਜਾਂ ਰਾਜ ਸਭਾ ਦੇ ਮੈਂਬਰ ਸਰਕਾਰ ਆਪਦੇ ਵੱਲੋਂ ਚੁਣ ਕੇ ਭੇਜਦੀ ਹੈ, ਉਹ ਹੁੰਦੀ ਹੈ ਇਨਡਾਇਰੈਕਟਰੀ ਇਲੈਕਸ਼ਨ। ਇਹ ਗੱਲ ਯਾਦ ਰੱਖਿਓ, ਦਿਮਾਗ 'ਚ ਬਿਠਾ ਲਓ ਇਹ ਗੱਲ। ਦੇਖੋ 238 ਮੈਂਬਰ ਕਿੱਥੋਂ ਚੁਣ ਕੇ ਆਉਂਦੇ ਆ, ਯੂਟੀਆਂ ਦੇ ਵਿੱਚੋਂ ਅਤੇ ਸਟੇਟ ਦੀ ਯੂਟੀ ਦੇ ਵਿੱਚੋਂ। ਯੂਨੀਅਨ ਨੂੰ ਆਪਾਂ ਕਹਿ ਦਿੰਦੇ, ਯੂਟੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼। ਬਾਕੀ ਜਿਹੜੇ ਕਾਹਦੀ ਇਲੈਕਸ਼ਨ ਹੁੰਦੀਆਂ ਨੇ ਇਨਡਾਇਰੈਕਟਲੀ, ਪਲੱਸ 12 ਜਿਹੜੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਆ ਉਹ ਕਿਹਦੇ ਦੁਆਰਾ ਕਰੇ ਜਾਂਦੇ ਆ, ਉਹ ਪ੍ਰੈਜ਼ੀਡੈਂਟ ਦੁਆਰਾ ਕਰੇ ਜਾਂਦੇ ਆ। ਇਹ ਗੱਲ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲਓ, ਕਿਹਦੇ ਦੁਆਰਾ ਚੁਣੇ ਜਾਂਦੇ ਆ, ਪ੍ਰੈਜ਼ੀਡੈਂਟ ਦੁਆਰਾ ਚੁਣੇ ਜਾਂਦੇ ਆ। ਓਕੇ ਜੀ, 12 ਮੈਂਬਰ। ਪ੍ਰੈਜ਼ੀਡੈਂਟ ਕਿਹੜੇ ਹਿਸਾਬ 'ਤੇ ਚੁਣਦਾ ਉਹਨਾਂ ਨੂੰ ਕਿ ਉਹਨਾਂ ਦਾ ਵਧੀਆ ਰੈਂਕ ਹੋਵੇ, ਕਾਹਦੇ ਵਿੱਚ, ਲਿਟਰੇਚਰ ਦੇ ਵਿੱਚ, ਕਲਾ ਦੇ ਵਿੱਚ, ਸੋਸ਼ਲ ਕੰਮਾਂ ਦੇ ਵਿੱਚ, ਠੀਕ ਹੈ। ਤਾਂ ਹੋਰ ਆਦਿ ਕਿਸੇ ਇੱਕ ਰੋਲ ਦੇ, ਕਿਸੇ ਇੱਕ ਮਤਲਬ ਡਿਪਾਰਟਮੈਂਟ ਦੇ ਵਿੱਚ ਜਾਂ ਕਿਸੇ ਇੱਕ ਅਦਾਰੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕਲਾ ਹੋਵੇ, ਕੋਈ ਸਕਿੱਲ ਹੋਵੇ ਉਹਨਾਂ ਦੇ ਵਿੱਚ। ਇਸ ਤੋਂ ਬਾਅਦ 229 ਮੈਂਬਰ ਦਾ ਚੁਣ ਕੇ ਆਉਂਦਾ ਸਟੇਟਾਂ ਦੁਆਰਾ। ਕਿੰਨੇ ਮੈਂਬਰ, 229 ਮੈਂਬਰ ਦਾ ਚੁਣ ਕੇ ਆਉਂਦੇ ਆਪਣੇ ਸਟੇਟਾਂ ਦੁਆਰਾ, ਅਤੇ 4 ਮੈਂਬਰ ਚੁਣ ਕੇ ਆਉਂਦੇ ਆਪਣੇ ਯੂਟੀ ਦੁਆਰਾ, ਅਤੇ 12 ਮੈਂਬਰ ਕਰੇ ਜਾਂਦੇ ਨੋਮੀਨੇਟ ਕਿਹਦੇ ਦੁਆਰਾ ਕਰੇ ਜਾਂਦੇ, ਪ੍ਰੈਜ਼ੀਡੈਂਟ ਦੁਆਰਾ। ਟੋਟਲ ਕਿੰਨੇ ਮੈਂਬਰ ਹੋ ਗਏ ਆਪਣੇ, 245 ਮੈਂਬਰ ਹੋ ਗਏ ਭਾਈ। ਓਕੇ, ਇਹ ਗੱਲ ਯਾਦ ਰੱਖਣੀ, ਟੋਟਲ ਮੈਂਬਰ ਕਿੰਨੇ ਹੋ ਗਏ ਆਪਣੇ, 245 ਮੈਂਬਰ ਹੋ ਗਏ। ਜੇ ਟਾਈਮ 'ਚ ਆਪਣੇ ਟੋਟਲ ਮੈਂਬਰ ਇੰਨੇ ਹੈ, ਜੇ ਪੁੱਛਣਗੇ ਕਿੰਨੇ ਮੈਂਬਰ ਆਪਣੇ, 245 ਦੀ ਸੀਟਾਂ ਪੁੱਛਣੀਆਂ ਤਾਂ ਸੀਟਾਂ ਆਪਣੇ 250 ਹੈ। ਫਿਕਸਡ ਸੀਟਾਂ ਕਹਿੰਦਾ, ਮਤਲਬ ਕਿ ਵੱਧ ਤੋਂ ਵੱਧ ਇੱਥੋਂ ਤੱਕ ਲਿਜਾ ਸਕਦੇ ਹਾਂ, ਪਰ ਜੇ ਤੁਹਾਨੂੰ ਪੁੱਛਦਾ ਕਿ ਆਪਣੇ ਕਿੰਨੀਆਂ ਸੀਟਾਂ, ਤਾਂ ਆਪਾਂ 245 ਲਿਖਾਂਗੇ ਉੱਥੇ, ਠੀਕ ਹੈ। ਸਭ ਤੋਂ ਜ਼ਿਆਦਾ ਮੈਂਬਰ ਕਿੱਥੋਂ ਦੇ ਆ, ਉੱਤਰ ਪ੍ਰਦੇਸ਼ ਦੇ ਆ। ਸਭ ਤੋਂ ਜ਼ਿਆਦਾ ਮੈਂਬਰ ਕਿਹੜੀ ਸਟੇਟ ਦੇ ਰਾਜ ਸਭਾ ਦੇ, ਉੱਤਰ ਪ੍ਰਦੇਸ਼ ਦੇ। ਦੇਖੋ ਇਹ ਜਿਹੜੇ ਇਹ ਹੁੰਦੇ ਆ ਭਾਈ, 20 ਕਰੋੜ ਆਬਾਦੀ ਹੈ ਮੇਰੇ ਹਿਸਾਬ ਤੋਂ ਯੂਪੀ ਦੀ। ਯੂਪੀ ਦੀ ਆਬਾਦੀ ਦੀ 20 ਕਰੋੜ ਆ, ਘੱਟੋ ਘੱਟ ਐਂ ਸਮਝ ਲਓ ਕਿ 7-8 ਪੰਜਾਬ ਬਣ ਜਾਣਗੇ ਯੂਪੀ ਦੇ, ਠੀਕ ਹੈ। ਐਡੀ ਵੱਡੀ ਹੈ ਯੂਪੀ ਸਟੇਟ। 20 ਕਰੋੜ ਜਿਹੜੀ ਆਬਾਦੀ ਹੁੰਦੀ ਹੈ, ਉਹਨੂੰ ਲੋਕਾਂ ਦੇ ਕ੍ਰਾਈਟੀਰੀਆ ਦੇ ਹਿਸਾਬ 'ਤੇ ਵੰਡ ਕੇ ਇਹ ਕੀ ਕਰਦੇ ਆ, ਸੀਟਾਂ ਦੀ ਵੰਡ ਕਰਦੇ ਕਿ ਭਾਈ ਇੰਨੀਆਂ ਸੀਟਾਂ ਨਿਕਲਣਗੀਆਂ, ਇੰਨੀ ਬੱਸ ਹੋਏਗੀ, ਠੀਕ ਹੈ। ਪੰਜਾਬ ਦੀ ਬੱਸੋਂ ਘੱਟ ਹੈ, ਪੰਜਾਬ ਦੇ ਵਿੱਚ ਸਿਰਫ 7 ਮੈਂਬਰ ਹੀ ਹੈ। ਤਾਂ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਦੇਖੋ ਪੰਜਾਬ ਦੇ ਤਾਂ 7 ਮੈਂਬਰ ਹੈ, ਇਹਦੇ ਹੈਗੇ ਹੈ 31 ਮੈਂਬਰ। ਕਹਿੰਦਾ ਮਤਲਬ ਕਿ ਪੰਜਾਬ ਦਾ ਜਿਹੜਾ ਏਰੀਆ ਹੈਗਾ ਉਹ ਯੂਪੀ ਹੈ ਜਿਹੜਾ ਪੰਜਾਬ ਦੇ, ਜੇ 4 ਪੰਜਾਬ ਬਣ ਜਾਣਗੇ ਨਾ ਆਪਣੇ, 4 ਪੰਜਾਬ ਬਣ ਕੇ ਯੂਪੀ ਦੇ ਬਰਾਬਰ ਫੇਰ ਆਉਣਗੇ। ਦੇਖ ਲਓ ਕਿੰਨੀ ਵੱਡੀ ਸਟੇਟ ਹੈ ਯੂਪੀ। 4 ਪੰਜਾਬ ਆਪਣੇ ਇੱਕ ਪੰਜਾਬ, 4 ਪੰਜਾਬ ਜੋੜ ਕੇ ਫਿਰ ਜਾ ਕੇ ਕਿਤੇ ਇੱਕ ਯੂਪੀ ਸਟੇਟ ਬਣਦੀ ਹੈ। ਓਕੇ ਜੀ, ਤਾਂ ਕਰਕੇ ਸਭ ਤੋਂ ਜ਼ਿਆਦਾ ਮੈਂਬਰ ਕਿੱਥੋਂ ਦੇ ਆ, ਯੂਪੀ ਦੇ ਆ, ਅਤੇ ਸਭ ਤੋਂ ਘੱਟ ਸਿੱਕਮ ਦਾ 21 ਰਾਜ ਸਭਾ ਦਾ ਮੈਂਬਰ ਚੁਣਿਆ ਜਾਂਦਾ। ਇਸ ਤੋਂ ਬਾਅਦ ਆ ਗਿਆ ਆਪਣੇ ਅੱਗੇ 4th ਸ਼ਡਿਊਲ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ ਡੀਲ ਵਿਦ ਐਲੋਗੇਸ਼ਨ ਆਫ ਸੀਟਸ ਆਫ ਦਾ ਰਾਜ ਸਭਾ ਔਰ ਟੂ ਦਾ ਸਟੇਟਸ ਐਂਡ ਯੂਨੀਅਨ ਟੈਰੀਟਰੀ। ਕਹਿੰਦੇ ਜਿਹੜਾ ਚੌਥਾ ਸ਼ਡਿਊਲ ਕਰਿਆ ਸੀ ਆਪਣਾ ਕੌਂਸਟੀਟਿਊਸ਼ਨ ਦੇ ਵਿੱਚ, ਚੌਥਾ ਕੌਂਸਟੀਟਿਊਸ਼ਨ ਆਫ ਇੰਡੀਆ ਦਾ ਜਿਹੜਾ ਆਪਣਾ, ਉਹਦੇ ਵਿੱਚ ਜਿਹੜਾ ਚੌਥਾ ਸ਼ਡਿਊਲ ਆਇਆ ਸੀ, ਉਹਦੇ ਅਨੁਸਾਰ ਹੀ ਰਾਜ ਸਭਾ ਦੇ ਮੈਂਬਰਾਂ ਦੀ ਵੰਡ ਕੀਤੀ ਜਾਂਦੀ ਹੈ ਕਿ ਭਾਈ ਇੰਨੇ ਮੈਂਬਰ ਸਟੇਟਸ ਦੇ ਵਿੱਚ ਹੋਣਗੇ ਅਤੇ ਬਾਕੀ ਮੈਂਬਰ ਆਪਣੇ ਯੂਨੀਅਨ ਟੈਰੀਟਰੀ ਦੇ ਵਿੱਚੋਂ ਹੋਣਗੇ। ਕਹਿੰਦਾ ਮਤਲਬ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਹੋਣਗੇ। ਜਿਹੜੀ ਦੀ ਇਲੈਕਸ਼ਨ ਹੈ ਪੁੱਤਰੋ ਉਹ ਕਰੀ ਜਾਂਦੀ ਹੈ ਇਨਡਾਇਰੈਕਟਲੀ, ਇਸ ਨੂੰ ਕੋਈ ਭੰਗ ਨਹੀਂ ਕਰ ਸਕਦਾ, ਅਤੇ ਇਹਦਾ ਕਾਰਜਕਾਲ 6 ਸਾਲ ਦਾ ਹੁੰਦਾ ਗਾ। ਇੱਥੇ ਉਲਝ ਨਾ ਜਾਇਓ ਕਿਤੇ, ਰਾਜ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਗਾ, ਆਹ ਲਿਖਿਆ ਪਿਆ ਇੱਥੇ, ਠੀਕ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਲੋਕ ਸਭਾ ਦੀ। ਲੋਕ ਸਭਾ ਦੀ ਗੱਲ ਕਰਦੇ ਹਾਂ। ਮੈਕਸੀਮਮ ਸਟਰੈਂਥ ਕਹਿਣ ਦਾ ਮਤਲਬ ਕਿ ਵੱਧ ਤੋਂ ਵੱਧ ਕਿੰਨੀ ਸਟਰੈਂਥ ਹੋ ਸਕਦੀ ਹੈ, 552 ਹੋ ਸਕਦੀ ਹੈ ਲੋਕ ਸਭਾ ਦੀ। ਲੋਕ ਸਭਾ ਦਾ ਕੀ ਹੁੰਦਾ, ਕੀ ਕਹਿੰਦੇ ਇਹਨੂੰ, ਲੋਅਰ ਹਾਊਸ, ਫਸਟ ਚੈਂਬਰ, ਠੀਕ ਹੈ ਜੀ, ਅਤੇ ਹਾਊਸ ਆਫ ਪੀਪਲ।
ਦੇਖੋ ਕਿੰਨੇ ਮੈਂਬਰ ਹੋ ਸਕਦੇ ਵੱਧ ਤੋਂ ਵੱਧ 552, ਜਿਹੜੇ ਇਹਦੇ ਵਿੱਚੋਂ 530 ਮੈਂਬਰ ਆ ਭਾਈ ਇਹਦੇ ਚੁਣੇ ਜਾਂਦੇ ਆ ਸਟੇਟਾਂ ਦੁਆਰਾ, ਅਤੇ 20 ਮੈਂਬਰ ਕਿਹਦੇ ਦੁਆਰਾ ਚੁਣੇ ਜਾਂਦੇ ਆ ਯੂਟੀਆਂ ਦੁਆਰਾ, ਅਤੇ 2 ਚੁਣੇ ਜਾਂਦੇ ਆ ਪ੍ਰੈਜ਼ੀਡੈਂਟ ਦੁਆਰਾ ਐਂਗਲੋ ਇੰਡੀਅਨ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦਾ ਮਤਲਬ ਜਿਵੇਂ ਹੁਣ ਮੇਰੇ ਮਾਤਾ ਜੀ ਤਾਂ ਹੁਣ ਪੰਜਾਬ ਦੇ, ਮੇਰੇ ਪਿਤਾ ਜੀ ਬਾਹਰਲੇ ਦੇਸ਼ 'ਚੋਂ ਹੋਣ, ਠੀਕ ਹੈ, ਅਤੇ ਉਹਨਾਂ ਤੋਂ ਬਾਅਦ ਜਿਹੜਾ ਕੋਈ ਬੱਚਾ ਜਨਮ ਲੈਂਦਾ ਉਹ ਕੀ ਹੋ ਜਾਂਦਾ, ਉਹ ਐਂਗਲੋ ਇੰਡੀਅਨ ਹੋ ਜਾਂਦਾ ਇੱਕ ਤਰ੍ਹਾਂ ਨਾਲ, ਠੀਕ ਹੈ। ਮਾਂ ਪਿਓ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਇੱਕ ਬਾਹਰਲਾ ਵਸਨੀਕ ਹੋਵੇ, ਬਾਹਰਲੀ ਸਟੇਟ ਦਾ ਕਿਸੇ ਦਾ ਵਸਨੀਕ ਹੋਵੇ, ਅਤੇ ਇੱਕ ਇੰਡੀਆ ਦਾ ਹੋਵੇ, ਤਾਂ ਉਹ ਐਂਗਲੋ ਇੰਡੀਅਨ ਦਾ ਦਰਜਾ ਨੂੰ ਦਿੱਤਾ ਗਿਆ। ਇਹ ਆਪਣੇ ਆਰਟੀਕਲ ਦੇ ਵਿੱਚ ਲਿਖਿਆ ਕਿ 2 ਮੈਂਬਰ ਆਪਾਂ ਨੂੰ ਐਂਗਲੋ ਇੰਡੀਅਨ ਚੁਣਨੇ ਹੀ ਪੈਣਗੇ। ਓਕੇ, ਇਸ ਤੋਂ ਬਾਅਦ ਡਾਇਰੈਕਟਡ ਇਲੈਕਸ਼ਨ, ਇਹਨਾਂ ਦੀ ਇਲੈਕਸ਼ਨ ਕਿਹੜੀ ਹੁੰਦੀ ਹੈ, ਡਾਇਰੈਕਟ ਇਲੈਕਸ਼ਨ ਹੁੰਦੀ ਇਹਨਾਂ ਦੀ, ਠੀਕ ਹੈ ਭਾਈ। ਅਤੇ 1000 ਕਰ ਲਓ 552 ਮੈਂਬਰ ਹੈ ਟੋਟਲ। ਕਿਹੜੀ ਇਲੈਕਸ਼ਨ ਹੁੰਦੀ ਹੈ ਇਹਨਾਂ ਦੀ, ਡਾਇਰੈਕਟ ਇਲੈਕਸ਼ਨ ਹੁੰਦੀ ਹੈ। ਐਲੀਜੀਬਿਲਿਟੀ ਟੂ ਵੋਟ, ਐਵਰੀ ਇੰਡੀਅਨ ਸਿਟੀਜ਼ਨ ਹੂ ਇਜ਼ ਅਬਵ 18 ਈਅਰ ਆਫ ਏਜ ਇਜ਼ ਨੋਟ ਡਿਸਕੁਆਲੀਫਾਈਡ ਅੰਡਰ ਦਾ ਪ੍ਰੋਵੀਜ਼ਨ ਦਾ CIE ਆਫ ਐਨੀ ਲਾਅ। ਕਹਿੰਦੇ 18 ਸਾਲ ਤੋਂ ਪਹਿਲਾਂ ਇੱਕ ਰੂਲ ਹੁੰਦਾ ਸੀ ਕਿ 18 ਸਾਲ ਤੋਂ ਐਵਰੀ ਇੰਡੀਅਨ ਸਿਟੀਜ਼ਨ ਹੋਈ ਜੇ ਅਬਵ 18 ਸਾਲ ਤੋਂ ਵੱਧ ਕੋਈ ਵੀ ਬੱਚਾ ਵੋਟ ਪਾ ਸਕਦਾ, ਠੀਕ ਹੈ। ਅਤੇ ਉਹਦਾ ਕੀ ਇੱਕ ਆਰਡਰ ਹੈਗਾ, ਉਹਦਾ ਆਰਟੀਕਲ ਹੈ। ਜਿਹੜਾ ਕੌਂਸਟੀਟਿਊਸ਼ਨ ਅਮੈਂਡਮੈਂਟ 1998 ਕੀਤਾ ਸੀ, ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਉਮਰ ਹੁੰਦੀ ਸੀ 21 ਸਾਲ ਹੁੰਦੀ ਸੀ, ਵੋਟ ਪਾਉਣ ਦੀ ਅਧਿਕਾਰ ਸੀ। ਪਰ ਹੁਣ ਜਿਹੜਾ 1998 ਦੇ ਵਿੱਚ ਐਕਟ ਹੋਇਆ ਹੈਗਾ, ਉਹਦੇ ਅਨੁਸਾਰ ਇਹਦੀ ਉਮਰ ਰਿਡਿਊਸ ਕਰਕੇ ਵੋਟਿੰਗ ਦੀ 21 ਤੋਂ ਕਿੰਨੀ ਕਰਤੀ, 18 ਕਰਤੀ। ਓਕੇ, ਇਹ ਗੱਲ ਧਿਆਨ ਰੱਖਣੀ ਹੈ ਕਿ 21 ਤੋਂ 18 ਜਿਹੜੀ ਉਮਰ ਕੀਤੀ ਹੈ ਵੋਟ ਪਾਉਣ ਦੀ, ਇਹ ਕਿਹੜੇ ਐਕਟ ਦੇ ਅਧੀਨ ਕੀਤੀ ਹੈ, 1998 ਅਮੈਂਡਮੈਂਟ ਐਕਟ ਦੇ ਅਧੀਨ ਕੀਤੀ ਹੈ। ਇਸ ਤੋਂ ਬਾਅਦ ਫਸਟ ਸਪੀਕਰ ਕੌਣ ਸੀ ਆਪਣਾ ਰਾਜ ਸਭਾ ਲੋਕ ਸਭਾ ਦਾ, ਮਾਵਲਕਰ ਸੀ ਫਸਟ ਸਪੀਕਰ। ਅਤੇ ਜਿਹੜਾ ਭਾਈ ਰਹਿ ਗਿਆ ਫਸਟ ਸਪੀਕਰ ਉਹ ਰਾਜ ਸਭਾ ਦਾ, ਇਹ ਤੁਸੀਂ ਦੱਸਣਾ ਗਾ। ਇਹਨਾਂ ਨੂੰ ਦੱਸ ਦਿੰਦਾ ਜਿਹੜਾ ਰਾਜ ਸਭਾ ਦਾ ਮੈਂਬਰ ਹੁੰਦਾ ਗਾ ਉਹ ਕੀ ਹੁੰਦਾ ਗਾ, ਵਾਈਸ ਪ੍ਰੈਜ਼ੀਡੈਂਟ ਹੁੰਦਾ। ਉਹ ਤੁਸੀਂ ਅੰਦਾਜ਼ਾ ਲਾ ਕੇ ਦੱਸੋ ਕਿ ਕੌਣ ਹੋ ਸਕਦਾ, ਕਿਉਂਕਿ ਇਹਨਾਂ ਨੂੰ ਤੁਸੀਂ ਦੱਸ ਹੀ ਸਕਦੇ ਹੋ ਯਾਰ, ਠੀਕ ਹੈ ਜੀ। ਅਤੇ ਦੇਖੋ ਪੁੱਤਰੋ, ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਅਤੇ ਸ਼ੇਅਰ ਕਰ ਦਿਓ। ਦੇਖੋ ਜੇ ਲੈਕਚਰ ਮੈਂ 2-3 ਵੀਡੀਓ ਦੇ ਵਿੱਚ ਲਾਉਣਾ ਹੁੰਦਾ 2-3 ਵੀਡੀਓ ਦੇ ਵਿੱਚ ਵੀ ਲਾ ਸਕਦਾ ਸੀ, ਕਿਉਂਕਿ ਕਈ ਦਿਨ ਹੋ ਗਏ ਆਪਣਾ ਲੈਕਚਰ ਨਹੀਂ ਲੱਗਿਆ, ਤਾਂ ਕਰਕੇ ਮੈਂ ਥੋੜ੍ਹਾ ਇਕੱਠਾ ਲੈਕਚਰ ਲਾਤਾ ਅੱਜ ਇੱਕ, ਠੀਕ ਹੈ। ਬਸ 1-2 ਟੋਪਿਕ ਹੋ ਰਹੇ ਗਏ, ਉਹ ਆਪਾਂ 1-2 ਦਿਨਾਂ ਵਿੱਚ ਨਿਬੇੜ ਕੇ ਮੁੜ ਕੇ ਆਪਾਂ ਸੀਰੀਜ਼ ਚਲਾ ਦਈਏ ਇਹਦੀ ਸਾਰੀ। ਓਕੇ ਜੀ, ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ, ਠੀਕ ਹੈ। ਇੱਕ ਵਾਰੀ ਨਿਗਾਹ ਮਾਰਨੀ ਥੋੜ੍ਹੀ, ਫਿਰ ਨਿਗਾਹ ਮਰਵਾ ਦਿੰਦਾ ਮੈਂ, ਧਿਆਨ ਨਾਲ ਦੇਖ ਲਓ, ਠੀਕ ਹੈ। ਜਿਹੜਾ ਕੰਟੈਂਟ ਸਾਨੂੰ ਦਿੱਤਾ ਹੈਗਾ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਪੁੱਤਰੋ, ਇਹੋ ਜਿਹਾ ਕੰਟੈਂਟ ਤੁਹਾਨੂੰ ਕੋਈ ਦੇ ਦੇ। ਅਤੇ ਵੀਡੀਓ ਨੂੰ ਬਸ ਲਾਈਕ ਕਰ ਦਿਆ ਕਰੋ, ਤੁਹਾਡੇ ਅੱਗੇ ਇੱਕ ਇੰਨੀ ਰਿਕੁਐਸਟ ਹੁੰਦੀ ਹੈ ਆਪਣੀ। ਅੱਧੇ ਬੱਚੇ ਕਹਿੰਦੇ ਸਰ ਅਸੀਂ ਤਾਂ ਕਰਦਾ ਨਾ, ਤੁਹਾਡੀ ਗੱਲ ਨਹੀਂ ਕਰ ਰਿਹਾ ਪੁੱਤਰੋ, ਤੁਸੀਂ ਤਾਂ ਕਰਦਾ ਨੂੰ ਵਿੱਚ ਹੋਰ ਵੀ ਹੈਗੀਆਂ ਆਪਣੇ ਮਹਾਂਪੁਰਸ਼ ਜੀ। ਲਾਈਕ ਤਾਂ ਤੁਹਾਨੂੰ ਪਤਾ ਨਾ ਲਾਈਕ ਕੀ ਹੁੰਦਾ, ਜਿਹੜਾ ਥੱਲੇ ਅੰਗੂਠੇ ਦਾ ਨਿਸ਼ਾਨ ਹੁੰਦਾ ਗਾ, ਤਾਂ ਜਿਹਨੂੰ ਅੰਗੂਠਾ ਹੁੰਦਾ ਗਾ ਉਹਨੂੰ ਲਾਈਕ ਕਹਿ ਦਿੰਦੇ ਆ। ਸਾਰੇ ਬੱਚਿਆਂ ਨੇ ਲਾਈਕ ਜ਼ਰੂਰ ਕਰਨਾ ਗਾ। PDF ਭਾਈ ਤੁਹਾਨੂੰ ਉਹਦਾ ਮਿਲ ਜੂਗਾ, ਠੀਕ ਹੈ। ਪਰ ਪਹਿਲਾਂ ਕਲਾਸ ਲਾਇਆ ਕਰੋ ਚੰਗੀ ਤਰ੍ਹਾਂ। PDF ਦਾ ਤੁਸੀਂ ਲਾਲਚ ਕਰ ਦਿਓ, PDF ਮੈਂ ਕੁੜੀ ਨੂੰ ਰੱਖਣੇ ਵਾਲੇ ਤੁਹਾਨੂੰ ਦੇ ਦੂੰਗਾ, ਠੀਕ ਹੈ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ। ਅਤੇ ਇਹ ਲੈਕਚਰ ਧਿਆਨ ਨਾਲ ਲਾ ਲਓ, ਜੇ ਕਿਸੇ ਚੀਜ਼ ਦੀ ਫਿਰ ਵੀ ਕੋਈ ਸਮਝ ਨਹੀਂ ਆਉਂਦੀ ਤਾਂ ਪੁੱਛ ਸਕਦੇ ਹੋ। ਓਕੇ ਜੀ, ਅਤੇ ਅੱਜ ਆਪਣਾ ਮੈਥ ਦਾ ਲੈਕਚਰ ਨਹੀਂ ਲੱਗਦਾ ਭਾਈ, ਠੀਕ ਹੈ। ਅੱਜ ਆਪਣਾ ਮੈਥ ਦਾ ਲੈਕਚਰ ਨਹੀਂ ਲੱਗੂਗਾ, ਮੈਂ ਪਹਿਲਾਂ ਦੱਸਤਾ। ਜਿਹੜੇ ਪੁਰਾਣੇ ਤੁਹਾਨੂੰ ਕਰਵਾਏ ਉਹਦੀ ਪ੍ਰੈਕਟਿਸ ਕਰੋ। ਅਤੇ ਬਸ ਕੱਲ੍ਹ ਦਾ ਦਿਨ ਹੀ ਆਪਾਂ ਕੀ ਕਰਾਂਗੇ, ਪਰਸੈਂਟੇਜ ਦਾ ਲੈਕਚਰ ਲਾਵਾਂਗੇ। ਇਸ ਤੋਂ ਬਾਅਦ ਆਪਾਂ ਪ੍ਰੋਫਿਟ ਲੋਸ ਸ਼ੁਰੂ ਕਰਦੇ ਹਾਂ, ਠੀਕ ਹੈ। ਕਿਉਂਕਿ ਇੱਕ ਵਾਰੀ ਤੁਹਾਨੂੰ ਟੌਪਿਕ ਸਮਝਾਉਣ ਦਾ ਜ਼ਿੰਮੇਵਾਰੀ ਹੈ ਮੇਰੀ। ਇਸ ਤੋਂ ਬਾਅਦ ਜਦੋਂ ਆਪਣੀਆਂ ਸਾਰੀਆਂ ਇਕਾਈਆਂ ਨਿਬੇੜਤੀਆਂ, 7-8 ਇਕਾਈਆਂ ਇੰਪੋਰਟੈਂਟ ਜੀਆਂ, ਇਸ ਤੋਂ ਬਾਅਦ ਆਪਾਂ ਟੈਸਟ ਲਿਆ ਕਰਾਂਗੇ ਮੈਥ ਦੇ। ਓਕੇ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।